ਸਿੱਖ ਜਿਹੜੇ ਸਿਪਾਹੀ ਹੈਗੇ ਨੇ, ਸੋਲਜਰਸ ਹੈਗੇ ਨੇ, ਫੌਜੀ ਹੈਗੇ ਨੇ, ਉਹਨਾਂ ਲਈ ਇੱਕ ਵੱਖਰੇ ਕਿਸਮ ਦਾ ਹੈਲਮਟ ਲੈਣ ਦੀ ਤੇ ਉਹਨਾਂ ਨੂੰ ਪਾਉਣ ਦਾ ਵਿਸ਼ਾ। ਜੇ ਅਗਰ ਸਿੱਖ ਆਪਣੇ ਧਰਮ ਵਿੱਚ ਪੱਕਾ ਨਹੀਂ ਹੈ, ਉਹ ਫਿਰ ਕਦੀ ਵੀ ਉਸ ਦੇ ਵਿੱਚ ਪੱਕਾ ਨਹੀਂ ਹੋ ਸਕਦਾ, ਉਹ ਦੇਸ਼ ਦਾ ਵਫਾਦਾਰ ਵੀ ਨਹੀਂ ਹੋ ਸਕਦਾ। ਇੱਥੇ ਟੋਪੀ ਪਾਣੀ, ਹੈਲਮਟ ਪਾਣਾ, ਇਹ ਧਰਮ ਤੋਂ ਸਿੱਧਾ ਬੇਮੁਖ ਹੋਣਾ ਹੈ, ਮਨਮੁਖ ਹੋਣਾ ਹੈ। ਔਰ ਸਰਕਾਰ ਇਸ ਦੇ ਉੱਤੇ ਬਜ਼ਿੱਦ ਹੋ ਕੇ ਜਿਹੜੀ ਕਰ ਰਹੀ ਹੈ, ਔਰ ਸਭ ਤੋਂ ਜਿਹਦੇ ਡੂੰਘੀ ਜਿਹੜੀ ਚੀਜ਼ ਨਜ਼ਰ ਆ ਰਹੀ ਹੈ, ਇਹਦਾ ਜਿਹੜਾ ਹੈਲਮਟ ਦਾ ਨਾਮ ਰੱਖਿਆ, ਉਹ ਨਾਮ ਰੱਖਿਆ ਵੀਰ ਹੈਲਮਟ। ਇਹ ਬੜੀ ਗੰਭੀਰ ਹੈ। ਹਰ ਚੀਜ਼ ਨੂੰ ਆਪਾਂ ਇਸ ਨੈਗੇਟਿਵ ਤਰੀਕੇ ਨਾਲ ਕਿਉਂ ਵੇਖੀਏ, ਜਦੋਂ ਕਿ ਮੁੱਢਲੇ ਤੌਰ ਤੇ ਲੱਗਦਾ ਹੈ ਕਿ ਸਿੱਖਾਂ ਦੀ ਹਿਫਾਜ਼ਤ ਲਈ, ਸਿੱਖ ਫੌਜੀਆਂ ਦੀ ਬੈਟਲ ਮੋਡ ਦੇ ਵਿੱਚ, ਕੰਬੈਟ ਮੋਡ ਦੇ ਵਿੱਚ ਹਿਫਾਜ਼ਤ ਲਈ ਇਹ ਕੋਸ਼ਿਸ਼ ਕੀਤੀ ਗਈ ਹੈ। ਟੋਪੀ ਜਿਹੜੀ ਹੈਗੀ ਹੈ, ਇਹ ਗੁਲਾਮੀ ਦੀ ਨਿਸ਼ਾਨੀ ਹੈ, ਦਸਤਾਰ ਆਜ਼ਾਦੀ ਦੀ ਨਿਸ਼ਾਨੀ ਹੈ। ਦਸਤਾਰ ਦਾ, ਪਗੜੀ ਦਾ ਵਿਸ਼ਾ ਇੱਕ ਵਾਰ ਫੇਰ ਚਰਚਾਵਾਂ ਦੇ ਵਿੱਚ ਹੈ ਤੇ ਇੱਕ ਨਵਾਂ ਵਿਵਾਦ ਖੜਾ ਹੋਇਆ ਹੈ ਭਾਰਤ ਦੀ ਸੈਨਾ ਵੱਲੋਂ, ਫੌਜ ਵੱਲੋਂ। ਸਿੱਖ ਜਿਹੜੇ ਸਿਪਾਹੀ ਹੈਗੇ ਨੇ, ਸੋਲਜਰਸ ਹੈਗੇ ਨੇ, ਫੌਜੀ ਹੈਗੇ ਨੇ, ਉਹਨਾਂ ਲਈ ਇੱਕ ਵੱਖਰੇ ਕਿਸਮ ਦਾ ਹੈਲਮਟ ਲੈਣ ਦੀ ਤੇ ਉਹਨਾਂ ਨੂੰ ਪਾਉਣ ਦਾ ਵਿਸ਼ਾ, ਜਿਸ ਉੱਤੇ ਕੁਝ ਰਿਪੋਰਟਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਖਤ ਇਤਰਾਜ਼ ਜਤਾਇਆ ਹੈ। ਪਗੜੀ ਦੇ ਉੱਤੇ ਕਿਸੇ ਵੀ ਹੈਲਮਟ ਨੂੰ ਪਾਉਣ ਦੀ ਜਾਂ ਸਿੱਖਾਂ ਨੂੰ ਹੈਲਮਟ ਪਾਉਣ ਦੀ ਇਸ ਕੋਸ਼ਿਸ਼ ਨੂੰ ਪੰਥ ਵਿਰੋਧੀ ਕਿਹਾ ਜਾ ਰਿਹਾ ਹੈ। ਇਸ ਅਹਿਮ ਵਿਸ਼ੇ ਦੇ ਉੱਤੇ ਕਈ ਸਾਲਾਂ ਤੋਂ ਤੇ ਕਈ ਦਹਾਕਿਆਂ ਤੋਂ ਚਰਚਾਵਾਂ ਹੋਈਆਂ ਨੇ ਤੇ ਲਗਭਗ 100 ਸਾਲ ਤੋਂ ਇਹ ਵਿਵਾਦ ਇਸੇ ਤਰੀਕੇ ਦੇ ਨਾਲ ਗਾਹੇ ਬਗਾਹੇ ਕਿਸੇ ਨਾ ਕਿਸੇ ਘਟਨਾ ਦੀ ਸ਼ਕਲ ਵਿੱਚ ਉੱਭਰਦਾ ਰਿਹਾ ਹੈ। ਲੇਕਿਨ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਉੱਘੇ ਸਿੱਖ ਵਿਦਵਾਨ, ਚਿੰਤਕ, ਇੰਟੈਲੈਕਚੁਅਲ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਅਮਰੀਕਾ ਤੋਂ ਜੁੜ ਰਹੇ ਨੇ, ਨਿਊ ਜਰਸੀ ਤੋਂ ਸਾਡੇ ਨਾਲ ਜੁਆਇਨ ਕਰ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਲਾਂਬਾ ਸਾਹਿਬ। ਧੰਨਵਾਦ ਜੀ ਰਿਤੇਸ਼ ਜੀ, ਬਹੁਤ ਬਹੁਤ ਮਿਹਰਬਾਨੀ। ਦਰਸ਼ਕਾਂ ਨੂੰ ਦੱਸ ਦਈਏ ਵੀ ਲਾਂਬਾ ਸਾਹਿਬ ਨੇ ਰਹਿਤ ਮਰਿਆਦਾ ਉੱਤੇ ਇੱਕ ਕਿਤਾਬ ਲਿਖੀ, ਜਿਸ ਨੂੰ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ SGPC ਵੱਲੋਂ ਵੀ ਪ੍ਰਵਾਨ ਕੀਤਾ ਗਿਆ। ਇਸ ਤੋਂ ਇਲਾਵਾ ਇਹਨਾਂ ਨੇ ਕਈ ਹੋਰ ਕਿਤਾਬਾਂ ਲਿਖੀਆਂ ਨੇ ਤੇ ਪਗੜੀ, ਦਸਤਾਰ ਦੇ ਉੱਤੇ ਵੀ ਇਹਨਾਂ ਵੱਲੋਂ 2 ਕਿਤਾਬਚੇ ਛਪੇ ਗਏ ਨੇ। ਲਾਂਬਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ ਕਿ ਜਿਹੜਾ ਤਾਜ਼ਾ ਵਿਵਾਦ ਹੈ, ਦੁਨੀਆ ਭਰ ਦੇ ਵਿੱਚ ਚਰਚਾਵਾਂ ਹੋਈਆਂ ਨੇ। ਹਾਲਾਂਕਿ ਇੱਥੇ ਕੈਨੇਡਾ ਦੇ ਵਿੱਚ ਵੀ, ਓਨਟਾਰੀਓ ਦੇ ਵਿੱਚ ਇੱਕ ਮਹਿਲਾ ਨੇ ਆਪਣੀ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ, ਜਦੋਂ ਕਿ ਉਸਨੂੰ ਲੱਗਾ ਕਿ ਉਸਦੇ ਬੱਚੇ ਜੇ ਬਾਈਕਿੰਗ ਕਰਨਾ ਚਾਹਣਗੇ, ਉਹਨਾਂ ਨੂੰ ਕੋਈ ਅਜਿਹੀ ਪ੍ਰੋਟੈਕਸ਼ਨ ਦੀ ਲੋੜ ਹੋਏਗੀ ਜੋ ਕਿ ਕਾਨੂੰਨ ਦੇ ਮੁਤਾਬਕ ਜਾਂ ਕਿਸੇ ਖੇਡ ਦੇ ਮੁਤਾਬਕ, ਕਿਸੇ ਐਕਟੀਵਿਟੀ ਦੇ ਮੁਤਾਬਕ ਲੋੜੀਂਦੀ ਹੋਏਗੀ। ਉਸਨੇ ਆਪਣੇ ਬੱਚਿਆਂ ਲਈ ਇੱਕ ਹੈਲਮਟ ਤਿਆਰ ਕਰ ਲਿਆ, ਜੋ ਕਿ ਉਹਨਾਂ ਦੇ ਸਿਰ ਦੇ ਉੱਤੇ ਜਿਹੜੀ ਪਗੜੀ ਕਹਿ ਲਈਏ ਜਾਂ ਉਸਨੂੰ ਜਿਹੜਾ ਪਟਕਾ ਸੀ, ਉਸਨੂੰ ਇੱਕ ਪ੍ਰੋਟੈਕਟਿਵ ਕਵਰ ਦਿੰਦਾ ਸੀ। ਲੇਕਿਨ ਉਸ ਦਾ ਵੀ ਵਿਰੋਧ ਹੋਣਾ ਸ਼ੁਰੂ ਹੋਇਆ ਤੇ ਹੁਣ ਭਾਰਤ ਦੀ ਸਰਕਾਰ ਤੇ ਸੈਨਾ ਵੱਲੋਂ ਇਹ ਜਿਹੜੀਆਂ ਖਬਰਾਂ ਆਈਆਂ ਨੇ ਕਿ ਸਿੱਖ ਕੰਬੈਟ ਦੇ ਵਿੱਚ ਜਿਹੜੇ ਇਨਵੋਲਵਡ ਸਿੱਖ ਸੋਲਜਰਸ ਨੇ, ਉਹਨਾਂ ਨੂੰ ਹੈਲਮਟ ਪਵਾਇਆ ਜਾ ਸਕਦਾ ਹੈ, ਇਸ ਦਾ ਵਿਰੋਧ ਹੋ ਰਿਹਾ ਹੈ। ਤੁਸੀਂ ਇਸ ਪੂਰੀ ਦੀ ਪੂਰੀ ਗੱਲਬਾਤ ਤੇ ਵਿਵਾਦ ਨੂੰ ਕਿਸ ਰੋਸ਼ਨੀ ਵਿੱਚ ਵੇਖਦੇ ਹੋ? ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਬਹੁਤ ਹੀ, ਮੇਰਾ ਖਿਆਲ ਹੈ ਕਿ ਮੇਰੀ ਜਿੰਨੀ ਕੁ ਜ਼ਿੰਦਗੀ ਦੇ ਵਿੱਚ ਜਿੰਨੇ ਕੁ ਇਸ਼ੂ ਔਰ ਜਿੰਨੇ ਮੁੱਦੇ ਚੁੱਕੇ ਗਏ ਹੈ, ਉਹ ਉਹਨਾਂ ਸਾਰਿਆਂ ਵਿੱਚੋਂ ਇਹ ਬਹੁਤ ਹੀ ਮਹੱਤਵਪੂਰਨ ਹੈ, ਬਹੁਤ ਅਹਿਮ ਹੈ। ਔਰ ਇਸ ਦੇ ਵਿੱਚ ਕਾਨੂੰਨ ਇਜਾਜ਼ਤ ਦਿੰਦਾ ਹੈ, ਨਹੀਂ ਦਿੰਦਾ, ਸਰਕਾਰਾਂ ਚਾਹੁੰਦੀਆਂ ਕਿ ਨਹੀਂ ਚਾਹੁੰਦੀਆਂ, ਸੇਫਟੀ ਹੈ ਕਿ ਨਹੀਂ ਹੈ, ਉਹ ਸਭ ਦਰਕਿਨਾਰ। ਕਿਉਂਕਿ ਜਿੱਥੇ ਧਰਮ ਦੀ ਗੱਲ ਹੈ, ਧਰਮ ਦੇ ਵਿੱਚ ਗੁਰੂ ਦਾ ਆਦੇਸ਼ ਹੈ, ਗੁਰੂ ਸਾਹਿਬ ਦਾ ਆਦੇਸ਼ ਹੈ ਕਿ ਕਿਸੇ ਕੀਮਤ ਦੇ ਉੱਤੇ ਟੋਪੀ ਨਹੀਂ ਪਾਣੀ। ਹੁਣ ਮਸਲਾ ਸ਼ੁਰੂ ਤੋਂ ਇਹ ਰਿਹਾ ਹੈ ਕਿ ਦਸਤਾਰ ਜਾਂ ਟੋਪੀ, ਤੇ ਜਿੱਥੇ ਤੱਕ ਸਵਾਲ ਫੌਜ ਦਾ ਹੈਗਾ, ਫੌਜ ਜਿਹੜਾ ਰਿਸ਼ਤਾ ਸਿੱਖਾਂ ਦਾ ਫੌਜ ਨਾਲ ਕੋਈ ਨਵਾਂ ਨਹੀਂ ਹੈ। ਇਹ 175 ਸਾਲ ਦਾ ਹੈ। 1849 ਤੋਂ ਬਾਅਦ ਭਾਰਤੀ ਫੌਜ ਜਿਹੜੀ ਹੈ ਤਿਆਰ ਹੋਈ ਹੈ, ਔਰ ਸਿੱਖ ਉਹਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਆ। ਉਹਦੇ ਵਿੱਚ ਅੰਗਰੇਜ਼ ਜਦੋਂ ਆਏ ਸੀ ਤੇ ਸਭ ਤੋਂ ਪਹਿਲੇ ਉਹਨਾਂ ਨੇ, ਕਿਉਂਕਿ ਇੱਕ ਬੜੀ ਅਹਿਮ ਚੀਜ਼ ਹੁੰਦੀ ਹੈ ਜਿਸ ਦੇ ਤੇ ਤੁਸੀਂ ਰਾਜ ਕਰਨਾ ਹੈ, ਉਹਨਾਂ ਦੀ ਸਾਈਕੀ, ਉਹਨਾਂ ਦੇ ਨਿਯਮ, ਉਹਨਾਂ ਦੇ ਧਾਰਮਿਕ ਜਿਹੜੇ ਕਾਨੂੰਨ ਹੈ, ਉਹਨੂੰ ਸਮਝੋ। ਉਹਨਾਂ ਨੂੰ ਸਮਝਣ ਤੋਂ ਬਾਅਦ ਅੰਗਰੇਜ਼ਾਂ ਨੇ ਇੱਕ ਲਿਖਤੀ ਤੌਰ ਦੇ ਉੱਤੇ ਕੀਤਾ ਕਿ ਇਹਨਾਂ ਦੇ ਧਾਰਮਿਕ ਮਾਮਲੇ 'ਚ ਕਦੀ ਦਖਲ ਨਾ ਦਿਓ। ਨਹੀਂ, ਅਗਰ ਧਾਰਮਿਕ ਮਾਮਲੇ 'ਚ ਦਖਲ ਦਿਓਗੇ ਫਿਰ ਇਹ ਬਿਲਕੁਲ ਆਪੇ ਤੋਂ ਬਾਹਰ ਹੋ ਜਾਣਗੇ। ਇਸ ਕਰਕੇ ਉਹਨਾਂ ਨੇ ਇੱਕ ਬੜੀ ਵੱਡੀ ਚੀਜ਼ ਕੀਤੀ ਕਿ ਹਰ ਫੌਜੀ ਨੂੰ ਅੰਮ੍ਰਿਤ ਛਕਾਣਾ ਲਾਜ਼ਮੀ ਕੀਤਾ। ਹਰ ਰੈਜੀਮੈਂਟ ਦੇ ਵਿੱਚ, ਹਰ ਯੂਨਿਟ ਦੇ ਵਿੱਚ ਗੁਰਦੁਆਰਾ ਹੁੰਦਾ ਸੀਗਾ, ਔਰ ਉਹਦੇ ਵਿੱਚ ਜਦੋਂ ਫੌਜੀ ਭਰਤੀ ਕਰਦੇ, ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਚੁਕਾਈ ਜਾਂਦੀ ਸੀ ਕਿ ਧਰਮ ਵਿੱਚ ਪੱਕਾ ਰਹੇਗਾ। ਅੰਗਰੇਜ਼ਾਂ ਨੇ ਇੱਕ ਇਹ ਚੀਜ਼ ਕੀਤੀ ਕਿ ਇਹਨਾਂ ਨੂੰ ਧਰਮ ਵਿੱਚ ਪੱਕਾ ਕਰੋ, ਫਿਰ ਇਹਨਾਂ ਨੂੰ ਧਰਮ ਦੀ ਸਹੁੰ ਚੁਕਾ ਕੇ ਵਫਾਦਾਰੀ ਦੀ ਉਹ ਸਹੁੰ ਲਓ, ਔਰ ਉਹ ਕਾਮਯਾਬ ਹੋਏ ਉਸ ਪਾਲਿਸੀ ਦੇ ਵਿੱਚ। ਪਰ ਬੜੀ ਹੈਰਾਨੀ ਹੋਈ ਕਿ ਜਦੋਂ 1947 ਤੋਂ ਬਾਅਦ ਇਹ ਪਾਲਿਸੀ ਬਿਲਕੁਲ ਰਿਵਰਸ ਕਰ ਦਿੱਤੀ ਗਈ।
ਉਹਦੇ ਵਿੱਚ ਇਹ ਕੀਤਾ ਗਿਆ ਕਿ ਅੰਗਰੇਜ਼ਾਂ ਦੇ ਟਾਈਮ ਤੋਂ ਜਿਹੜੀ ਮਾਰਸ਼ਲ ਰੇਸ ਸਿੱਖ ਕੌਮ ਨੂੰ ਮੰਨਿਆ ਗਿਆ, ਸਭ ਤੋਂ ਪਹਿਲਾਂ ਉਹਨੂੰ ਮਾਰਸ਼ਲ ਰੇਸ ਤੇ ਖਤਮ ਕਰ ਦਿੱਤਾ। ਉਹਨਾਂ ਨੇ ਕਿਹਾ ਕੋਈ ਮਾਰਸ਼ਲ ਨਹੀਂ ਹੈ, ਕੋਈ ਗੈਰ ਮਾਰਸ਼ਲ ਨਹੀਂ ਹੈ। ਚਲੋ ਠੀਕ ਹੈ, ਇੱਕ ਪਾਸੇ ਹੋਇਆ। ਫਿਰ ਸਭ ਤੋਂ ਵੱਡੀ ਗੱਲ ਹੈ 1975 ਦੇ ਵਿੱਚ ਜਦੋਂ ਐਮਰਜੈਂਸੀ ਲੱਗੀ ਸੀ, ਹੈਰਾਨ ਹੋਵੋਗੇ, ਇੰਦਰਾ ਗਾਂਧੀ ਵੇਲੇ ਫੌਜ ਨੇ ਇੱਕ ਸਰਕੂਲਰ ਜਾਰੀ ਕੀਤਾ ਕਿ ਅਗਰ ਕੋਈ ਸਿੱਖ ਫੌਜੀ ਅਗਰ ਕੋਈ ਦਾੜੀ ਦੀ ਮੁੱਛਾਂ ਦੀ ਅਗਰ ਟ੍ਰਿਮਿੰਗ ਕਰਦਾ ਜਾਂ ਬੇਅਦਬੀ ਕਰਦਾ, ਉਹਦੇ ਤੇ ਆਰਮੀ ਐਕਟ ਦੇ ਮੁਤਾਬਕ ਉਹਦੇ ਤੇ ਕਾਰਵਾਈ ਹੋਏਗੀ। ਪਰ ਹੈਰਾਨੀ ਇਹ ਹੋਈ ਕਿ ਹੁਣ ਆਰਮੀ ਨੂੰ ਛੱਡ ਦਿਓ, ਪੁਲਿਸ ਲੈ ਲਓ, ਪੰਜਾਬ ਪੁਲਿਸ ਲੈ ਲਓ, ਸ਼ਾਇਦ ਇਹ ਲੱਗਦਾ ਹੈ ਕਿ ਜੇ ਕੋਈ ਸਾਬਤ ਸੂਰਤ ਹੈ ਕਿਸੇ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ, ਉਹ ਸ਼ਾਇਦ ਡਿਸਪਲਿਨ ਦੀ ਉਲਟ ਜਾ ਰਿਹਾ ਹੈਗਾ। ਸੋ ਇਹ ਜਿਹੜਾ ਕੀਤਾ ਗਿਆ, ਪਰ ਇਸ ਤੇ ਸਭ ਤੋਂ ਵੱਡੀ ਗੱਲ ਤੁਸੀਂ ਇੱਕ ਚੀਜ਼ ਦੇਖੋਗੇ, ਮੈਂ ਤਾਂ ਵੱਡਾ ਹਮਲਾ ਕਹਿਣਾ ਕਿ ਸਰਕਾਰ ਜਿਹੜੀ ਹੈ ਖੁਦ ਤੈਅ ਕਰ ਰਹੀ ਹੈ ਕਿ ਸਿੱਖਾਂ ਨੂੰ ਕੀ ਚਾਹੀਦਾ, ਤੇ ਖੁਦ ਹੀ ਆਪਣੇ ਆਪ ਦਿੰਦੀ ਹੈ, ਫਿਰ ਵਾਪਸ ਲੈਂਦੀ ਹੈ, ਫਿਰ ਉਹਦੇ ਤੇ ਕਰਦੀ ਹੈ। ਹੁਣ ਪਿੱਛੇ ਜੇ ਲਾਂਬਾ ਜੀ, ਲੈਟਸ ਪੁੱਟ ਇਟ ਇਨ ਅ ਡਿਫਰੈਂਟ ਪਰਸਪੈਕਟਿਵ। ਸਰਕਾਰ ਇਹ ਵੀ ਸੋਚ ਰਹੀ ਹੈ ਕਿ ਉਹਨਾਂ ਦੇ ਫੌਜੀਆਂ ਦੀ ਹਿਫਾਜ਼ਤ ਹੋਵੇ, ਉਹਨਾਂ ਦੇ ਫੌਜੀਆਂ ਦੇ ਜਿਹੜੇ ਸਿਰ ਹੈਗੇ ਨੇ ਉਹ ਸੁਰੱਖਿਅਤ ਰਹਿਣ। ਸੋ ਉਸੇ ਲਿਹਾਜ਼ ਦੇ ਨਾਲ ਆਪਣੇ ਇੱਕ ਜੇ ਫੌਜੀ ਨੂੰ ਬਚਾਉਣ ਲਈ ਇੱਕ ਹੈਲਮਟ ਜੋ ਕਿ ਵੱਖਰੇ ਕਿਸਮ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜੇ ਉਹ ਪਾਉਣ ਦੀ ਗੱਲ ਕਰਦੇ ਨੇ ਤਾਂ ਉਸ ਦੇ ਵਿੱਚ ਉਹਨਾਂ ਦੀ ਮਨਸ਼ਾਵਾਂ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਸੰਸਿਆਂ ਦੇ ਨਾਲ ਭਰਪੂਰ ਮਾਨਸਿਕਤਾ ਦੇ ਨਾਲ ਵੇਖਣਾ ਇਹ ਕਿੱਡਾ ਕੁ ਜਾਇਜ਼ ਹੈ। ਠੀਕ ਹੈ, ਜੇ ਮਰਿਆਦਾ ਦੇ ਹਿਸਾਬ ਨਾਲ ਇਹ ਗੱਲਬਾਤ ਗਲਤ ਹੋ ਸਕਦੀ ਹੈ, ਚੀਜ਼ ਸਮਝਾਈ ਜਾ ਸਕਦੀ ਹੈ, ਲੇਕਿਨ ਹਰ ਚੀਜ਼ ਨੂੰ ਆਪਾਂ ਇਸ ਨੈਗੇਟਿਵ ਤਰੀਕੇ ਨਾਲ ਕਿਉਂ ਵੇਖੀਏ, ਜਦੋਂ ਕਿ ਮੁੱਢਲੇ ਤੌਰ ਤੇ ਲੱਗਦਾ ਹੈ ਕਿ ਸਿੱਖਾਂ ਦੀ ਹਿਫਾਜ਼ਤ ਲਈ, ਸਿੱਖ ਫੌਜੀਆਂ ਦੀ ਬੈਟਲ ਮੋਡ ਦੇ ਵਿੱਚ, ਕੰਬੈਟ ਮੋਡ ਦੇ ਵਿੱਚ ਹਿਫਾਜ਼ਤ ਲਈ ਇਹ ਕੋਸ਼ਿਸ਼ ਕੀਤੀ ਗਈ ਹੈ, ਜੋ ਕਿ ਫਿਰ ਉਸੇ ਹਿਸਟੋਰਿਕ ਤਰੀਕੇ ਦੇ ਨਾਲ ਵਿਵਾਦਾਂ ਦੇ ਵਿੱਚ ਆ ਗਈ। ਜਿਵੇਂ ਕਿ ਪਹਿਲਾਂ ਚੰਡੀਗੜ੍ਹ ਦੇ ਵਿੱਚ ਮਹਿਲਾਵਾਂ ਦੇ ਜਦੋਂ ਚਲਾਨ ਕੱਟਣੇ ਸ਼ੁਰੂ ਹੋਏ ਸੀ, ਮੈਨੂੰ ਯਾਦ ਹੈ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ, ਸਭ ਤੋਂ ਪਹਿਲਾਂ ਵਿਵਾਦ ਉੱਥੋਂ ਖੜਾ ਹੁੰਦਾ ਹੈ, ਅਦਾਲਤਾਂ ਦੇ ਵਿੱਚ ਮੁਕੱਦਮੇ ਜਾਂਦੇ ਹੈਗੇ ਨੇ। ਅਸਲ ਕਹਾਣੀ ਜਿਹੜੀ ਮਾਡਰਨ ਹਿਸਟਰੀ ਦੀ ਆਪਾਂ ਗੱਲ ਕਰਦੇ ਹਾਂ, ਉਹ ਚੰਡੀਗੜ੍ਹ ਦੇ ਚਲਾਨਾਂ ਤੋਂ ਗੱਲ ਸ਼ੁਰੂ ਹੁੰਦੀ ਹੈ। ਇਸ ਤੋਂ ਪਹਿਲਾਂ ਫਸਟ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਗੱਲਾਂ ਬਾਤਾਂ ਰਹੀਆਂ। ਸੋ ਮੈਂ ਥੋੜੇ ਤੋਂ ਉਸ ਐਂਗਲ ਤੋਂ ਸਮਝਣਾ ਚਾਹੁੰਦਾ ਕਿ ਕੇਸ ਤੇ ਹੈਲਮਟ, ਉਸ ਦੇ ਵਿੱਚ ਕੰਟਰਡਿਕਸ਼ਨ ਜੇ ਤੁਸੀਂ ਰਹਿਤ ਮਰਿਆਦਾ ਦੇ ਹਿਸਾਬ ਨਾਲ ਥੋੜਾ ਜਿਹਾ ਹੋਰ ਲੌਜੀਕਲੀ ਐਕਸਪਲੇਨ ਕਰੋ, ਕਿਉਂਕਿ ਲੋਕ ਤਰਕਸ਼ੀਲਤਾ ਵੀ ਚਾਹੁੰਦੇ ਨੇ, ਇਹ ਵੀ ਚਾਹੁੰਦੇ ਨੇ ਵੀ ਆਪਾਂ 5 ਕਕਾਰਾਂ ਦੇ ਹੀ ਦਾਇਰੇ ਦੇ ਵਿੱਚ ਪੂਰੀ ਗੱਲਬਾਤ ਨੂੰ ਜਾਂ ਸਿੱਖੀ ਨੂੰ ਨਾ ਸਮੇਟੀਏ, ਫਲਸਫੇ ਦੀ ਵੀ ਗੱਲਬਾਤ ਹੋਵੇ। ਸੋ ਉਸ ਪੱਖੋਂ ਤਰਕਸ਼ੀਲਤਾ ਦੇ ਪੱਖੋਂ, ਰੈਸ਼ਨੈਲਿਟੀ ਦੇ ਪੱਖੋਂ ਕੀ ਐਕਸਪਲੇਨ ਕਰਨਾ ਚਾਹੋਗੇ? ਹਾਂਜੀ, ਇਹਦੇ ਚ ਮੈਂ ਦੋ ਚੀਜ਼ਾਂ ਲਵਾਂਗਾ। ਤੁਸੀਂ ਜ਼ਿਕਰ ਕੀਤਾ ਵਰਲਡ ਵਾਰ 2, ਵਰਲਡ ਵਾਰ 1 ਐਂਡ ਵਰਲਡ ਵਾਰ 2 ਦੇ ਵਿੱਚ ਮੇਰਾ ਖਿਆਲ ਹੈ ਦੁਨੀਆ ਦੇ ਵਿੱਚ ਅਗਰ ਸਭ ਤੋਂ ਜ਼ਿਆਦਾ ਉਹਨਾਂ ਲੜਾਈਆਂ ਦੇ ਨਾਲ ਆਲਮੀ ਜੰਗਾਂ ਦੇ ਵਿੱਚ ਕੋਈ ਕੰਮ ਆਇਆ ਹੈ, ਉਹ ਸਿੱਖ ਫੌਜੀ ਗਏ ਸੀਗੇ। ਔਰ ਉਸ ਦੇ ਵਿੱਚ ਦੇਖੋ ਸੈਕੰਡ ਵਰਲਡ ਵਾਰ ਵੇਲੇ, ਫਸਟ ਵਰਲਡ ਵਾਰ ਨਹੀਂ, ਸੈਕੰਡ ਵਰਲਡ ਵਾਰ ਵੇਲੇ ਅੰਗਰੇਜ਼ਾਂ ਨੇ ਆਪਣੇ ਆਪ ਜਾ ਕੇ ਉਹਨਾਂ ਨੇ ਇੱਕ ਸਰਕੂਲਰ ਕੱਢ ਦਿੱਤਾ ਔਰ ਉਹਨਾਂ ਨੇ ਕਹਿ ਦਿੱਤਾ ਕਿ ਫੌਜੀਆਂ ਨੂੰ ਹੈਲਮਟ ਪਾਣੇ ਪੈਣਗੇ। ਉਸ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕੀਤਾ, ਜਿਹੜੇ ਮਤੇ ਬਕਾਇਦਾ ਹੈਗੇ ਆ, ਉਹਨਾਂ ਨੇ ਰਿਕੁਐਸਟ ਨਹੀਂ ਕੀਤੀ ਗਵਰਨਮੈਂਟ ਨੂੰ, ਸਰਕਾਰ ਨੂੰ ਬੇਨਤੀ ਨਹੀਂ ਕੀਤੀ, ਉਹਨਾਂ ਨੇ ਆਦੇਸ਼ ਜਾਰੀ ਕਰ ਦਿੱਤਾ ਕਿ ਕੋਈ ਸਿੱਖ ਫੌਜੀ ਹੈਲਮਟ ਨਹੀਂ ਪਾਏਗਾ। ਅੰਗਰੇਜ਼ ਸਰਕਾਰ ਨੇ, ਬਰਤਾਨੀ ਉਹ ਜਿਹੜੀ ਸਰਕਾਰ ਸੀ ਉਸ ਵੇਲੇ, ਗੋਰੇ ਸਨ, ਉਹਨਾਂ ਨੇ ਫਿਰ ਇੱਕ ਸ਼ਰਤ ਰੱਖੀ ਕਿ ਅਗਰ ਮੈਦਾਨੇ ਜੰਗ ਦੇ ਵਿੱਚ ਅਗਰ ਤੁਹਾਡਾ ਕੋਈ ਜਵਾਨ ਜ਼ਖਮੀ ਹੁੰਦਾ ਜਾਂ ਮਾਰਿਆ ਜਾਂਦਾ, ਅਸੀਂ ਉਸ ਨੂੰ ਪੈਨਸ਼ਨ ਨਹੀਂ ਦੇਵਾਂਗੇ, ਉਹਨੂੰ ਕੰਪਨਸੇਸ਼ਨ ਨਹੀਂ ਦੇਵਾਂਗੇ। ਔਰ ਤੁਸੀਂ ਹੈਰਾਨ ਹੋਵੋਗੇ, ਉਹਨਾਂ ਫੌਜੀਆਂ ਨੇ, ਸਿੱਖ ਫੌਜੀਆਂ ਨੇ ਲਿਖ ਕੇ ਦੇ ਦਿੱਤਾ ਕਿ ਅਗਰ ਸਿਰ ਵਿੱਚ ਅਗਰ ਹੈਲਮਟ ਨਾ ਪਾਉਣ ਕਰਕੇ ਅਗਰ ਸਾਡੇ ਤੇ ਕਿਸੇ ਕਿਸਮ ਦਾ ਕੋਈ ਨੁਕਸਾਨ ਹੁੰਦਾ ਹੈ, ਜਾਨੀ ਜਾਂ ਦੂਜਾ, ਤੇ ਅਸੀਂ ਨਾ ਕਲੇਮ ਕਰਾਂਗੇ, ਨਾ ਪੈਨਸ਼ਨ ਲਵਾਂਗੇ, ਨਾ ਕੋਈ ਦਾਅਵਾ ਕਰਾਂਗੇ। ਔਰ ਦੇਖੋ ਉਸ ਦੇ ਵਿੱਚ ਜਿਹਦੇ ਚ ਵਾਕਈ ਇੱਕ ਜ਼ਾਹਿਰਾ ਤੌਰ ਦੇ ਉੱਤੇ ਖਤਰਾ ਸੀ ਔਰ ਇਤਨੀ ਖਤਰਨਾਕ ਜੰਗ ਸੀਗੀ, ਉਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ 83,055 ਸਿੱਖ ਫੌਜੀ ਮਰੇ, 83,000 ਜਿਹੜੀ ਰਿਐਲਿਟੀ ਹੈ। ਔਰ 1,09,000 ਦੇ ਵੱਧ ਜਿਹੜੇ ਸੀਗੇ ਉਹ ਜ਼ਖਮੀ ਹੋਏ, ਮਗਰ ਉਹਨਾਂ ਨੇ ਇਸ ਦੇ ਤੇ ਕੰਪਰੋਮਾਈਜ਼ ਨਹੀਂ ਕੀਤਾ। ਇਹ ਬਹੁਤ ਸਪਸ਼ਟ ਜਿਹੜੀ ਚੀਜ਼ ਸੀਗੀ ਇਹਦੇ ਤੇ ਸੀ। ਔਰ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਮਤੇ ਪਾਸ ਕੀਤੇ, ਉਹ ਸਾਰੇ ਦੇ ਸਾਰੇ ਮਤੇ ਰਿਕਾਰਡ ਦੇ ਉੱਤੇ ਹੈ। ਉਹਨਾਂ ਨੇ 1940 3 ਅਪ੍ਰੈਲ ਨੂੰ ਮਤਾ ਪਾਸ ਕੀਤਾ, ਫਿਰ ਉਹਦੇ ਬਾਅਦ 26 ਅਕਤੂਬਰ 1941 ਨੂੰ ਪਾਸ ਕੀਤਾ। ਇਸ ਤੋਂ ਬਾਅਦ ਵੀ ਜਿਹੜੇ ਹੈਗੇ ਸ਼੍ਰੋਮਣੀ ਕਮੇਟੀ ਨੇ 1961 ਵਿੱਚ, 1973 ਵਿੱਚ ਔਰ 2000 ਵਿੱਚ। ਹੁਣ ਮੈਂ ਇਹਦੇ ਸਿਰਫ ਇੱਕ ਚੀਜ਼ ਕਹਿਣੀ ਚਾਹਾਂਗਾ, ਇਹ ਜਿਹੜਾ ਤੁਸੀਂ ਸਵਾਲ ਕਹਿ ਰਹੇ ਹੋ ਕਿ ਇਹ ਧਰਮ ਦਾ ਮਾਮਲਾ ਹੈ ਕਿ ਰਾਜਨੀਤੀ ਦਾ ਮਾਮਲਾ ਹੈ, ਇਹ ਵੀ ਲਿਆ ਜਾ ਰਿਹਾ ਹੈ ਕਿ ਰਾਜਨੀਤੀ ਤੋਂ ਇਲਾਵਾ ਤਰਕ ਦਾ ਮਾਮਲਾ ਵੀ ਮੰਨਦਾ ਹੈ, ਇਹਦੇ ਵਿੱਚ ਲੌਜੀਕ ਵੀ ਹੋਣਾ ਚਾਹੀਦਾ, ਕਿਉਂਕਿ ਮੈਨੂੰ ਲੱਗਾ ਸਿੱਖੀ ਫਲਸਫੇ ਦੇ ਵਿੱਚ ਸਭ ਤੋਂ ਜਿਹੜੀ ਮਜ਼ਬੂਤ ਚੀਜ਼ ਹੈ
ਉਹ ਤਰਕ ਵੀ ਹੈ ਤੇ ਤਰਕ ਕਿਤੇ ਨਾ ਕਿਤੇ ਪਿੱਛੇ ਛੱਡਦੇ ਜਾਂਦੇ ਨੇ। ਮੈਂ ਚਾਹਾਂਗਾ ਵੀ ਜੇ ਤਰਕਸ਼ੀਲਤਾ ਦੇ ਨਾਲ ਇਹ ਜਵਾਬ ਦਿੱਤੇ ਜਾਣ, ਭਾਵਨਾਤਮਕ ਹੋ ਕੇ ਜਵਾਬ ਨਾ ਦਿੱਤੇ ਜਾਣ ਤਾਂ ਜ਼ਿਆਦਾ ਬਿਹਤਰ ਹੈ। ਜੇ ਤੁਸੀਂ ਜੀ ਉਸ ਲੌਜਿਕ ਨੂੰ ਵੀ ਐਕਸਪਲੇਨ ਕਰੋ ਜੋ ਤੁਸੀਂ ਜਿਸ ਨੂੰ ਹੱਥ ਵਿੱਚ ਲੈ ਕੇ ਇਹ ਪੂਰਾ ਦਾ ਪੂਰਾ ਆਰਗੂਮੈਂਟ ਇੰਨੇ ਸਾਲਾਂ ਤੋਂ ਸਸਟੇਨ ਕਰਦਾ ਆ ਰਿਹਾ। ਬੜੀ ਸਿੰਪਲ ਹੈ ਕਿ ਜਦੋਂ ਗੁਰੂ ਦਾ ਹੁਕਮ ਇੱਕ ਸਪਸ਼ਟ ਤੌਰ ਦੇ ਉੱਤੇ ਆ ਗਿਆ, ਮੈਂ ਇੱਕ ਛੋਟਾ ਜਿਹਾ ਤੁਸੀਂ ਹਿਸਟੋਰਿਕ ਹਵਾਲਾ ਕਿਹਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਆ, ਚਾਰੋਂ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਆ, ਤੇ ਕੁਝ ਸਿੱਖ ਉਹਨਾਂ ਕੋਲ ਅਫਸੋਸ ਕਰਨ ਆਏ ਕਿ ਬਹੁਤ ਅਫਸੋਸ ਹੈ ਸਾਹਿਬਜ਼ਾਦੇ ਚਲੇ ਗਏ। ਉਸ ਵੇਲੇ ਗੁਰੂ ਸਾਹਿਬ ਨੇ ਕਿਹਾ, ਸੋ ਸੋਚਣ ਕੇ ਜੋਗ ਸਮਾਨਾ, ਧਰਮ ਤਿਆਗ ਜਿਨ ਕੀਏ ਪਾਪ ਨਾਨਾ। ਜੇ ਤੁਸੀਂ ਅਫਸੋਸ ਕਰਨਾ ਹੈ, ਉਹਨਾਂ ਦੇ ਘਰਾਂ ਵਿੱਚ ਜਾ ਕੇ ਕਰੋ ਜਿਨ੍ਹਾਂ ਨੇ ਆਪਣਾ ਧਰਮ ਤਿਆਗ ਦਿੱਤਾ ਹੈ। ਸੋ ਸੋਚਣ ਕੇ ਜੋਗ ਵਿਸਾਲੇ, ਧਰਮ ਚਲੇ ਸੁਪੰਥ ਕੁਮਾਰਗ ਚਾਲੇ। ਸੋ ਧਰਮ ਦਾ ਜਿੱਥੇ ਮਾਮਲਾ ਆਂਦਾ ਹੈ, ਜੇ ਭਾਈ ਤਾਰੂ ਸਿੰਘ ਨੂੰ ਕਿਹਾ ਗਿਆ ਤੂੰ ਇਹ ਕੇਸ ਛੱਡ ਦੇ ਤੇ ਤੇਰੀ ਜਾਨ ਬਚ ਜਾਏਗੀ, ਉਹ ਲਾਜਿਕ ਨਹੀਂ ਕੰਮ ਆ ਰਿਹਾ। ਜੇ ਅਗਰ ਉਹਨਾਂ ਨੂੰ ਭਾਈ ਮਨੀ ਸਿੰਘ, ਜੇ ਗੁਰੂ ਤੇਗ ਬਹਾਦਰ ਜੀ ਨੂੰ ਕਹਿ ਰਹੇ ਹੈ ਕਿ ਇਹਨਾਂ ਨੂੰ ਜਨੇਊ ਉਤਾਰ ਦਿਓ ਤੇ ਇਹਨਾਂ ਦੀ ਜਾਨ ਬਖਸ਼ੀ ਜਾਏਗੀ, ਤੁਸੀਂ ਬਚ ਜਾਓਗੇ, ਹੁਣ ਤੁਸੀਂ ਇਹਨੂੰ ਲੌਜਿਕ ਨਾਲ ਲਾਓਗੇ ਤੇ ਕੀ ਹੈ, ਧਾਗਾ ਹੈ, ਉਤਾਰ ਦਿੱਤਾ ਫਿਰ ਪਾ ਲਿਆ, ਉਹਦੇ ਚ ਕੀ ਫਰਕ ਪੈਂਦਾ? ਪਰ ਜਦੋਂ ਮੈਂ ਇੱਥੇ ਫਿਰ ਤਾਂ ਕਰਕੇ ਕਹਿ ਰਿਹਾ ਕਿ ਧਰਮ ਤੇ ਰਾਜਨੀਤੀ ਜਿਹੜੀ ਹੈ, ਜਿਹੜੀਆਂ ਵੀ ਸਰਕਾਰਾਂ ਆਂਦੀਆਂ ਰਹੀਆਂ ਉਹ ਕਹਿੰਦੀਆਂ ਅਸੀਂ ਧਰਮ ਔਰ ਰਾਜਨੀਤੀ ਦੇ ਵੱਖ ਕਰ ਦਿਆਂਗੇ। ਹੁਣ ਵੀ ਧਰਮ ਦੇ ਵਿੱਚ ਰਾਜਨੀਤਿਕ ਲੋਕ ਫੈਸਲਾ ਕਰ ਰਹੇ, ਰਾਜਨੀਤਿਕ ਸਰਕਾਰਾਂ ਕਰ ਰਹੀਆਂ। ਪ੍ਰੋਫੈਸਰ ਆਪਣੇ ਗਿਆਨੀ ਹੀਰਾ ਸਿੰਘ ਦਰਦ ਨੇ ਇਹਨੂੰ ਬੜਾ ਸੋਹਣਾ ਐਕਸਪਲੇਨ ਕੀਤਾ ਸੀ ਲੌਜੀਕਲੀ। ਕਹਿੰਦੇ ਧਰਮ ਕਿਹੜੀ ਚੀਜ਼ ਹੈ ਔਰ ਰਾਜਨੀਤੀ ਕਿਹੜੀ ਹੈ? ਕਹਿੰਦੇ ਕਿਸੇ ਵੀ ਚੀਜ਼ ਲਈ ਜਿਹੜੀ ਤੁਹਾਡੀ ਤੁਹਾਡਾ ਖਾਣ ਪਾਣ ਹੋਏ, ਤੁਹਾਡਾ ਰਹਿਣ ਸਹਿਣ ਹੋਏ, ਤੁਹਾਡੀ ਯੂਨੀਫਾਰਮ ਹੋਏ, ਕਿਸੇ ਲਈ ਤੁਹਾਡੀ ਸਵਾਰੀ ਹੋਏ, ਕਿਸੇ ਲਈ ਕੁਰਬਾਨੀ ਦੇਣੀ ਹੋਏ, ਇਹ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਇਹ ਰਾਜਨੀਤੀ ਹੈ। ਪਰ ਜੇ ਤੁਸੀਂ ਉਹਦੇ ਲਈ ਕੁਰਬਾਨੀ ਦੇਣ ਲਈ ਤਿਆਰ ਹੋ ਜਾਓ, ਤੁਹਾਡਾ ਧਰਮ ਹੈ। ਇੱਥੇ ਟੋਪੀ ਪਾਣੀ, ਹੈਲਮਟ ਪਾਣਾ, ਇਹ ਧਰਮ ਤੋਂ ਸਿੱਧਾ ਬੇਮੁਖ ਹੋਣਾ ਹੈ, ਮਨਮੁਖ ਹੋਣਾ ਹੈ। ਔਰ ਸਰਕਾਰ ਇਸ ਦੇ ਉੱਤੇ ਬਜ਼ਿੱਦ ਹੋ ਕੇ ਜਿਹੜੀ ਕਰ ਰਹੀ ਹੈ, ਔਰ ਸਭ ਤੋਂ ਜਿਹਦੇ ਡੂੰਘੀ ਜਿਹੜੀ ਚੀਜ਼ ਨਜ਼ਰ ਆ ਰਹੀ ਹੈ, ਇਹਦਾ ਜਿਹੜਾ ਹੈਲਮਟ ਦਾ ਨਾਮ ਰੱਖਿਆ, ਉਹ ਨਾਮ ਰੱਖਿਆ ਵੀਰ ਹੈਲਮਟ। ਇਹ ਬੜੀ ਗੰਭੀਰ ਹੈ। ਵੀਰ ਬਾਲ ਦਿਵਸ, ਬਿਲਕੁਲ। ਔਰ ਇਹ ਵੀਰ ਲਫ਼ਜ਼ ਜਿਹੜਾ ਹੈ, ਮਾਰਸ਼ਲ ਰੇਸ ਹਟਾ ਦਿਓ, ਨਾਮ ਇਹਨਾਂ ਨੂੰ ਵੀਰ ਦੇ ਦਿਓ, ਤਾਂ ਕਿ ਉਹ ਜਿਹੜੇ ਹਿੰਦੂ ਫਲਸਫੇ ਦੇ 52 ਵੀਰ ਹੈ, 4 ਹੋਰ ਜੁੜ ਜਾਣਗੇ। ਇਹ ਜਿਹੜਾ ਵੀਰ ਬਾਲ ਦਿਵਸ ਦਾ ਨਾਂ ਦੇਣਾ ਜਿਹੜਾ ਇਟਸੈਲਫ ਇੱਕ ਉਸ ਲੜੀ ਦੇ ਵਿੱਚ ਆਂਦਾ ਹੈਗਾ। ਇਹਨੂੰ ਕਿਉਂ ਕੀਤਾ? ਦੂਜੀ ਗੱਲ, ਇਹਦੇ ਵਿੱਚ ਦਸਤਾਰ ਹਟਾ ਕੇ ਉਹ ਕੋਈ ਵੀ ਚੀਜ਼ ਹੋਏਗੀ, ਦਸਤਾਰ ਦੇ ਨਾਲ ਨਹੀਂ ਹੋ ਸਕਦਾ, ਔਰ ਦਸਤਾਰ ਦਾ ਸਬਸਟੀਟਿਊਟ ਵੀ ਨਹੀਂ ਹੋ ਸਕਦਾ। ਸੋ ਇਸ ਕਰਕੇ ਇਹ ਮਾਮਲਾ ਧਾਰਮਿਕ ਹੈ। ਧਾਰਮਿਕ ਆਦੇਸ਼ਾਂ, ਧਾਰਮਿਕ ਉਪਦੇਸ਼ਾਂ, ਰਹਿਤ ਮਰਿਆਦਾ ਦੇ ਵਿੱਚ ਕਲੀਅਰ ਲਿਖਿਆ ਹੋਏ ਸਿੱਖ ਸਿਰ ਟੋਪੀ ਧਰੇ, 7 ਜਨਮ ਕੁਸ਼ਤੀ ਹੋਏ ਮਰੇ। ਇਹ ਨਹੀਂ ਕਿ ਜਿਹੜਾ ਵੀ ਕੋਈ ਟੋਪੀ ਪਾਉਂਦਾ ਉਹਦਾ ਇਹ ਹਸ਼ਰ ਹੋਏਗਾ। ਮਤਲਬ ਇਹ ਹੈ ਕਿ ਸਿੱਖ ਹੋ ਕੇ ਗੁਰੂ ਦੇ ਹੁਕਮ ਦੀ ਉਲੰਘਣਾ ਕਰਦਾ ਹੈ ਤੇ ਉਹਦਾ ਜੀਵਨ ਇਸ ਤਰ੍ਹਾਂ ਦਾ ਹੀ ਹੈ ਜਿਹੜਾ ਕਿ ਬਿਲਕੁਲ ਕਿਸੇ ਕੰਮ ਦਾ ਨਹੀਂ ਹੈਗਾ। ਔਰ ਇਸੇ ਤਰੀਕੇ ਨਾਲ ਸਭ ਤੋਂ ਵੱਡੀ ਗੱਲ, ਗੁਰੂ ਹਰਿਰਾਏ ਸਾਹਿਬ ਦਾ ਇੱਕ ਹੁਕਮ ਹੈ। ਲਾਲਾ ਨੰਦ ਲਾਲ ਪੁਰੀ ਸੀਗੇ, ਉਹ ਗੁਰੂ ਸਾਹਿਬ ਕੋਲ ਆਏ ਸੀਗੇ, ਕਹਿਣਗੇ ਸੱਚੇ ਪਾਤਸ਼ਾਹ ਦੱਸੋ ਕਿ ਸਾਡੇ ਘਰ ਸਿੱਖੀ ਹਮੇਸ਼ਾ ਕਿੱਦਾਂ ਰਵੇ। ਉਹਨਾਂ ਨੇ 3 ਨਿਯਮ ਦਿੱਤੇ। ਔਰ ਰਿਤੇਸ਼ ਜੀ, ਅੱਜ ਵੀ ਅਗਰ ਕੋਈ ਸਿੱਖ ਇਹਨਾਂ 3 ਨਿਯਮਾਂ ਦਾ ਪਾਲਣ ਕਰਦਾ, ਉਹਦੇ ਘਰ ਸਿੱਖੀ ਬਚ ਜਾਏਗੀ। ਨਹੀਂ ਤੇ ਅੱਜ ਗਈ ਤੇ ਕੱਲ ਗਈ। ਪਹਿਲਾ ਉਹਨਾਂ ਨੇ ਕਿਹਾ ਸੀ ਕੇਸ ਨਹੀਂ ਕਟਾਣੇ, ਦੂਜਾ ਉਹਨਾਂ ਨੇ ਕਿਹਾ ਸੀ ਤੰਬਾਕੂ ਨਹੀਂ ਵਰਤਣਾ, ਤੀਜਾ ਕਿਹਾ ਸੀ ਟੋਪੀ ਨਹੀਂ ਪਾਣੀ। ਹੁਣ ਟੋਪੀ ਜਿਹੜੀ ਹੈਗੀ ਹੈ, ਇਹ ਗੁਲਾਮੀ ਦੀ ਨਿਸ਼ਾਨੀ ਹੈ, ਦਸਤਾਰ ਆਜ਼ਾਦੀ ਦੀ ਨਿਸ਼ਾਨੀ ਹੈ। ਤੁਸੀਂ ਦੇਖੋਗੇ ਜੇਲ੍ਹ ਵਿੱਚ ਕੈਦੀਆਂ ਨੂੰ ਉਹਨਾਂ ਨੂੰ ਟੋਪੀ ਪਾ ਦਿੱਤੀ ਜਾਂਦੀ ਹੈ। ਔਰ ਬਾਬਾ ਖੜਕ ਸਿੰਘ ਵੇਲੇ ਗਾਂਧੀ ਟੋਪੀ ਪਾਉਣ ਲੱਗਿਆਂ ਲਈ ਫੌਜੀ ਜਿਹੜੇ ਕਾਂਗਰਸ ਦੇ ਲੀਡਰ ਜਾਂ ਜਿਹੜੇ ਦੇਸ਼ ਦੇ ਪਰਵਾਨੇ ਸੀ, ਉਹਨਾਂ ਦੀ ਮਨਾ ਕਰਤਾ। ਬਾਬਾ ਖੜਕ ਸਿੰਘ ਨੇ ਨੰਗੇ ਪਿੰਡੇ ਉਹਨਾਂ ਦੀ ਆਜ਼ਾਦੀ ਲਈ, ਉਹਨਾਂ ਨੂੰ ਟੋਪੀ ਦੀ ਆਜ਼ਾਦੀ ਦਿਵਾਉਣ ਲਈ ਉਹਨਾਂ ਨੇ ਜੇਲ੍ਹ ਕੱਟੀ। ਸੋ ਬੰਦਾ ਬਹਾਦਰ ਵੇਲੇ ਜਦੋਂ ਉਹਨਾਂ ਨੂੰ ਕੈਦ ਕਰਕੇ ਲਿਜਾ ਰਹੇ ਸੀ, ਹਰੀ ਰਾਮ ਗੁਪਤਾ ਦੀ ਕਿਤਾਬ ਹੈ, ਸਾਰਾ ਰਿਕਾਰਡ ਹੈ, ਜਿੰਨੇ ਸਿੱਖ ਸਨ ਜ਼ਬਰਦਸਤੀ ਉਹਨਾਂ ਦੇ ਸਿਰਾਂ ਦੇ ਉੱਤੇ ਕਾਗਜ਼ ਦੀਆਂ ਟੋਪੀਆਂ ਪਾਈਆਂ ਸੀ ਜਿਹਦੇ ਤੇ ਬਿਲੌਰ ਲੱਗੇ ਸੀ। ਸੋ ਦਸਤਾਰ ਜਿਹੜਾ ਹੈਗਾ ਉਹ ਆਜ਼ਾਦੀ ਦਾ ਚਿੰਨ੍ਹ ਸੀ, ਟੋਪੀ ਗੁਲਾਮੀ ਦਾ ਚਿੰਨ੍ਹ ਸੀ। ਇਸ ਕਰਕੇ ਮੁਗਲਾਂ ਵੇਲੇ ਉਹਨਾਂ ਨੇ ਮਨਾ ਕਰ ਦਿੱਤਾ ਕਿ ਕੋਈ ਵੀ ਜਿਹੜਾ ਗੈਰ ਮੁਸਲਮ ਹੈ ਉਹ ਦਸਤਾਰ ਨਹੀਂ ਬੰਨ ਸਕਦਾ। ਮਗਰ ਉੱਥੇ ਉਸ ਤੋਂ ਪਹਿਲਾਂ ਸਾਰਾ ਹਿੰਦੁਸਤਾਨ, ਸਾਰੇ ਦਾ ਸਾਰਾ ਹਿੰਦੁਸਤਾਨ, ਭਾਵੇਂ ਮਦਰਾਸ ਦਾ ਸੀ, ਭਾਵੇਂ ਰਾਜਸਥਾਨ ਹੈ, ਕਿਧਰੇ ਦਾ ਹੈ, ਨੰਗੇ ਸਿਰ ਕੋਈ ਨਹੀਂ ਹੁੰਦਾ, ਸਭ ਦੇ ਸਿਰ ਦੇ ਉੱਤੇ ਪਗੜੀ ਹੁੰਦੀ ਸੀ। ਮਗਰ ਉਸ ਤੋਂ ਬਾਅਦ ਮੁਗਲਾਂ ਵੇਲੇ ਦੇ ਬਾਅਦ ਸਿਰਫ ਪੰਜਾਬ ਹੈ ਜਿਹਨੇ ਗੁਰੂ ਸਾਹਿਬ ਨੇ ਹੁਕਮ ਦਿੱਤਾ, ਔਰ ਉਹ ਜਿਹੜੀ ਦਸਤਾਰ ਬਚ ਗਈ, ਜਿਹੜੀ ਅੱਜ ਤੱਕ ਚੱਲਦੀ ਆ ਰਹੀ ਹੈ। ਸੋ ਇਹ ਮਾਮਲਾ ਧਾਰਮਿਕ, ਧਰਮ ਤੋਂ ਉਪਜਿਆ ਜਿਹੜਾ ਉਹਨਾਂ ਦੀ ਗੈਰਤ ਹੈ। ਜੇ ਧਰਮ ਖਤਮ ਹੋ ਜਾਏਗਾ
ਫਿਰ ਨਾ ਉਹਨਾਂ ਦੀ ਵਫਾਦਾਰੀ ਰਹੇਗੀ, ਨਾ ਉਹਨਾਂ ਦੀ ਗੈਰਤ ਰਹੇਗੀ। ਜਿਸ ਬੰਦੇ ਦਾ ਦੀਨ ਈਮਾਨ ਨਹੀਂ, ਜਿਹਦਾ ਕੋਈ ਧਰਮ ਹੀ ਨਹੀਂ ਹੈਗਾ, ਉਸ ਨੂੰ ਤੁਸੀਂ ਕੀ ਕਹਿ ਸਕਦੇ ਹੋ? ਉਹਦੇ ਕੋਲੋਂ ਕੀ ਉਮੀਦ ਕਰੋਗੇ? ਜੀ, ਇੱਥੇ ਕਿਸੇ ਜਿਹੜਾ ਸਿਕਿਉਰਿਟੀ ਜਾਂ ਸੇਫਟੀ ਦਾ ਇੱਕ ਇਸ਼ੂ ਹੈ, ਜਿਹੜਾ ਕਿ ਅਕਸਰ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਭਰ ਦੇ ਵਿੱਚ ਤੇ ਹਰ ਸੁਸਾਇਟੀ, ਹਰ ਕਮਿਊਨਿਟੀ, ਹਰ ਸਰਕਾਰ ਲਈ ਇੱਕ ਵਿਸ਼ਾ ਹੁੰਦਾ ਹੈ। ਆਪਾਂ ਪਬਲਿਕ ਸੇਫਟੀ ਦੀ ਗੱਲ ਕਰਦੇ ਹਾਂ, ਸੁਰੱਖਿਆ ਦੀ ਗੱਲ ਕਰ ਲਿਆ, ਆਪਣੀ ਹਿਫਾਜ਼ਤ ਦੀ ਗੱਲ ਕਰਦੇ ਹਾਂ ਵੀ ਚਾਹੇ ਰੋਡ ਸੜਕਾਂ ਦੇ ਉੱਤੇ ਹੋਵੇ। ਸੋ ਉਸ ਰੋਡ ਸੇਫਟੀ ਦੇ ਪੁਆਇੰਟ ਆਫ ਵਿਊ ਨਾਲ ਤੁਹਾਨੂੰ ਲੱਗਦਾ ਵੀ ਉਹਦੇ ਵਿੱਚ ਕੋਈ ਅਜਿਹਾ ਕੋਰਿਲੇਸ਼ਨ ਨਹੀਂ ਹੈ ਕਿ ਜੇ ਪੱਗ ਪਈ ਹੋਏਗੀ ਤਾਂ ਇੱਕ ਬੰਦਾ ਜ਼ਿਆਦਾ ਅਨਸੇਫ ਹੈ? ਕਿਉਂਕਿ ਲੱਗਦਾ ਤਾਂ ਇਹੀ ਹੈ, ਤੇ ਸਮਝ ਵੀ ਆਉਂਦਾ ਵੀ ਚਾਹੇ ਸੜਕ ਹਾਦਸਾ ਹੋਵੇ ਜਾਂ ਕੋਈ ਅਜਿਹੀ ਘਟਨਾ ਹੋਵੇ, ਲੇਕਿਨ ਪੱਗ ਦੇ ਨਾਲ ਚੋਟ ਲੱਗਣ ਦੀ ਸੰਭਾਵਨਾ ਜ਼ਰੂਰ ਰਹਿੰਦੀ ਹੈ ਬਨਿਸਬਤ ਜੇ ਤੁਸੀਂ ਹੈਲਮਟ ਪਾਇਆ ਹੈ ਜਾਂ ਕੋਈ ਅਜਿਹਾ ਪ੍ਰੋਟੈਕਟਿਵ ਹੈਡ ਗੇਅਰ ਪਾਇਆ ਹੈ। ਦੇਖੋ, ਫਿਰ ਉੱਥੇ ਹੀ ਗੱਲ ਆ ਰਹੀ ਹੈਗੀ ਹੈ। ਮੈਂ ਹੁਣ ਦੋ ਹਵਾਲੇ ਜ਼ਰੂਰ ਦੇਣਾ ਚਾਹਾਂਗਾ। ਪੰਥ ਪ੍ਰਕਾਸ਼, ਚਾਹ ਰਹੇ ਕਿ ਤੁਸੀਂ ਕੁਝ ਰੈਫਰੈਂਸ ਦੋ ਤਾਂ ਕਿ ਆਪਾਂ ਇਸ ਗੱਲ ਨੂੰ ਥੋੜਾ ਕੁਆਲੀਫਾਈ ਵੀ ਕਰ ਪਾਈਏ, ਕਿਉਂਕਿ ਅਦਰਵਾਈਜ਼ ਲੋਕ ਲੱਗ ਰਹੇ ਵੀ ਸਿਰਫ ਇਹ ਆਪਾਂ ਧਾਰਮਿਕ ਗੱਲ ਕਰ ਰਹੇ ਹਾਂ, ਆਪਾਂ ਪ੍ਰੈਕਟੀਕਲ ਕਰ ਰਹੇ ਹਾਂ। ਧਾਰਮਿਕ ਨਹੀਂ, ਪ੍ਰੈਕਟੀਕਲ ਵੀ ਗੱਲ ਹੈਗੀ ਹੈ ਕਿ ਜਦੋਂ ਖਤਰਾ ਬਿਲਕੁਲ ਸਾਹਮਣੇ ਸੀ, ਹੁਣ ਸੈਕੰਡ ਵਰਲਡ ਵਾਰ ਵੇਲੇ ਤੇ ਬਿਲਕੁਲ ਸਾਹਮਣੇ ਸੀ। ਹੁਣ ਤਾਂ ਖੈਰ ਮਿਜ਼ਾਈਲਸ ਤੇ ਕਈ ਕਿਸਮ ਦੀ ਹੋਰ ਗੈਸ ਦੀਆਂ ਤੇ ਕੈਮੀਕਲ ਵਾਰਫੇਅਰ ਹੈਗੀ ਹੈ, ਜਿਹਦੇ ਚ ਹੈਲਮਟ ਕੀ ਕੋਈ ਵੀ ਚੀਜ਼, ਸ਼ਾਇਦ ਬੰਦਾ ਬੰਦ ਕਮਰਿਆਂ 'ਚ ਹੈ, ਟੈਂਕ ਦੇ ਵਿੱਚ ਹੈ, ਉਹ ਵੀ ਨਹੀਂ ਬਚ ਸਕਦਾ। ਪਰ ਜਿਹੜੀ ਉਸ ਵੇਲੇ ਜਿਹੜੀ ਚੀਜ਼ ਸੀਗੀ, ਬਿਲਕੁਲ ਸਾਹਮਣੇ ਖਤਰਾ ਹੈ, ਸਿਰ ਦੇ ਉੱਤੇ ਤਲਵਾਰ ਲੱਗਣ ਦਾ ਡਰ ਹੈ, ਹੋਰ ਕੋਈ ਚੀਜ਼ ਹੈ। ਜਦੋਂ ਮੁਗਲਾਂ ਨਾਲ ਜੰਗ ਸੀ ਤੇ ਪੰਥ ਪ੍ਰਕਾਸ਼ ਦੇ ਚ ਹਵਾਲਾ ਆਉਂਦਾ ਹੈ ਕਿ ਉਸ ਵੇਲੇ ਜਿਹੜੀ ਦੁਸ਼ਮਣ ਫੌਜ ਸੀ, ਉਹਨਾਂ ਨੇ ਟੋਪ ਵੀ ਸਨ, ਹੈਲਮਟ ਵੀ ਸਨ, ਸੰਜੋਗ ਵੀ ਸਨ, ਜ਼ਰਾ ਬਖਤਰ ਵੀ ਸਨ। ਔਰ ਉਸ ਵੇਲੇ ਦੇ ਹਿਸਟੋਰੀਅਨ ਦੋ ਲਿਖ ਰਹੇ ਹੈ, ਗਿਆਨੀ ਗਿਆਨ ਸਿੰਘ ਔਰ ਰਤਨ ਸਿੰਘ ਭੰਗੂ ਲਿਖ ਰਹੇ ਹੈ ਕਿ ਗਿਲਜਨ ਟੋਪ ਸੰਜੋ ਸਵਾਰੇ, ਸਿੰਘ ਰੱਖਿਆ ਹਿਤ ਵਸਤਰ ਨਾ ਤਾਰੇ। ਉਸ ਵੇਲੇ ਦੇ ਜਿਹੜੇ ਸਿੱਖ ਫੌਜੀ ਜਿਹੜੇ ਲੜਦੇ ਸੀ, ਜਿਹੜੇ ਯੋਧੇ ਸੀਗੇ, ਉਹਨਾਂ ਦੇ ਕੋਲ ਸਿਰਫ ਦੋ ਚੀਜ਼ਾਂ ਹੁੰਦੀਆਂ ਸੀ, ਮੋਢੇ ਤੇ ਕੰਬਲ ਹੁੰਦਾ ਸੀ ਔਰ ਇੱਕ ਛੜਾ ਹੁੰਦਾ ਸੀ, ਕੋਈ ਚੀਜ਼ ਨਹੀਂ ਹੁੰਦੀ ਸੀ। ਔਰ ਉਹ ਡੰਡਿਆਂ ਦੇ ਨਾਲ, ਕਿਰਪਾਨਾਂ ਦੇ ਨਾਲ ਲੜਦੇ ਸੀ। ਉਸ ਨੂੰ ਬਾਅਦ ਹੀ ਲਿਖਿਆ ਗਿਆਨੀ ਗਿਆਨ ਸਿੰਘ ਨੇ, ਕਮਰ ਜਾਂਗੀਆ ਸਿਰ ਪਰ ਪਟਕਾ ਪੂਰੇ ਗਿਲਤੀ ਬਾਣਾ ਜਟਕਾ। ਉਹ ਸਿਰਫ ਇੱਕ ਕੰਬਲ ਔਰ ਇੱਕ ਕਛਹਿਰਾ ਹੁੰਦਾ ਸੀਗਾ। ਹੁਣ ਜਦੋਂ ਸੈਕੰਡ ਵਰਲਡ ਵਾਰ ਵੇਲੇ ਮੈਂ ਦੱਸਿਆ ਹੈਗਾ, ਰਹਿ ਗਈ ਗੱਲ ਜਿਹੜੇ ਜਿੱਥੇ ਤੱਕ ਹੁਣੇ ਪਿੱਛੇ ਰਿਸਰਚ ਵੀ ਹੋਈ ਹੈ, ਸ਼ਾਇਦ ਬਾਹਰੋਂ ਮੈਂ ਪੜ੍ਹਿਆ ਵੀ ਸੀਗਾ ਕਿ ਉਹਨਾਂ ਨੇ ਟੈਸਟ ਕੀਤਾ ਕਿ ਗੋਲੀ ਜਿਹੜੀ ਹੈਗੀ ਹੈ ਦਸਤਾਰ ਦੀ ਅਗਰ ਠੀਕ ਤੈਅ ਬਣੀ ਹੈ, ਇਸ ਕਰਕੇ ਫੌਜੀ ਜਿਹੜੀ ਹੈ ਉਹ ਠੱਪ ਕੇ ਬੰਨਦੇ ਆ, ਉਹ ਸਿੱਧੀ ਨਹੀਂ ਬੰਨਦੇ ਜਿਵੇਂ ਆਮ ਬੰਨ ਲਈਦੀ ਹੈ। ਉਹਨਾਂ ਦੀ ਬਕਾਇਦਾ ਉਸ ਨੂੰ ਠੱਪ ਕੇ ਬੰਨ ਕੇ ਤੇ ਉਹਦੇ ਤੇ ਕਰਦੇ ਆ, ਉਹਦੇ ਚੋਂ ਗੋਲੀ ਪਾਰ ਨਹੀਂ ਹੁੰਦੀ, ਕੱਪੜੇ ਦੀਆਂ ਕਈ ਲੇਅਰਸ ਬਣ ਜਾਂਦੀਆਂ ਹੈਗੀਆਂ। ਔਰ ਮੇਰੇ ਪਿਤਾ ਹੀ ਦੱਸਦੇ ਸੀ, ਉਹ ਵੀ ਫੌਜ ਵਿੱਚ ਸੀ, ਕਹਿੰਦੇ ਸੈਕੰਡ ਵਰਲਡ ਵਾਰ ਵੇਲੇ ਉਹ ਪਠਾਨਿਸਤਾਨ ਵੱਲ ਸੀਗੇ ਔਰ ਉਸ ਵੇਲੇ ਦੇ ਸਾਰੇ ਰਿਕਾਰਡ ਦੱਸਦੇ ਆ। ਔਰ ਇਤਨਾ ਖਤਰਨਾਕ ਇਲਾਕਾ ਸੀਗਾ ਕਿ ਜਿੱਥੇ ਹੈਲਮਟ ਦੇਖਦੇ ਸੀ, ਸਿੱਧੀ ਗੋਲੀ ਉਸ ਫੌਜੀ ਨੂੰ ਵੱਜਦੀ ਸੀਗੀ। ਔਰ ਇੱਕ ਫੌਜੀ ਅਫਸਰ ਦੀ ਇੱਕ ਪੇਂਟਿੰਗ ਵੀ ਬੜੀ ਹਿਸਟੋਰਿਕ ਹੈ ਕਿ ਉਹ ਘੋੜੇ ਤੋਂ ਡਿੱਗ ਗਿਆ ਮਗਰ ਉਸ ਨੂੰ ਕੋਈ ਚੁੱਕਣ ਨਹੀਂ ਗਿਆ। ਉਹ ਪੇਂਟਿੰਗ ਬੜੀ ਹਿਸਟੋਰਿਕ ਹੈ। ਮਗਰ ਉੱਥੇ ਪਿਤਾ ਹੀ ਦੱਸਦੇ ਸੀ, ਕਹਿੰਦੇ ਕਿ ਅੰਗਰੇਜ਼ ਅਫਸਰਾਂ ਨੂੰ ਵੀ ਆਰਡਰ ਸੀ ਹੈਲਮਟ ਦੇ ਉੱਤੇ ਪਗੜੀ ਬਣ ਕੇ ਰੱਖਦੇ ਆ। ਸੋ ਜਿੱਥੇ ਵਾਕਈ ਹੁਣ ਖਤਰਾ ਹੈਗਾ ਕਿ ਇੱਥੇ ਖਤਰਾ ਸਹੀ ਲਾਕ ਹੋ ਰਿਹਾ ਹੈ, ਉੱਥੇ ਵੀ ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ। ਮਗਰ ਇੱਕ ਹਾਈਪੋਥੈਟਿਕਲੀ ਜਾ ਕੇ ਜਿਹੜੀ ਹੈਗੀ ਹੈ ਉਹ ਉਸ ਚੀਜ਼ ਨੂੰ ਲੈ ਕੇ ਆਣਾ। ਔਰ ਫਿਰ ਅਗਰ ਹੈਗਾ, ਅਗਰ ਮੰਨ ਲਓ ਕੋਈ ਚੀਜ਼ ਕਰਨੀ ਹੈ ਤੇ ਜਿਹੜੇ ਤੁਹਾਡੇ ਸਬਜੈਕਟ ਹੈ, ਜਿਹੜੇ ਤੁਹਾਡੇ ਜਿਨ੍ਹਾਂ ਤੇ ਤੁਸੀਂ ਰਾਜ ਕਰ ਰਹੇ ਹੋ, ਅਕਾਲ ਤਖਤ ਸਾਹਿਬ ਹੈ, ਸ਼੍ਰੋਮਣੀ ਕਮੇਟੀ ਹੈ, ਹੋਰ ਤੁਹਾਡੀਆਂ ਸੰਸਥਾਵਾਂ, ਕੀ ਇਹਦਾ ਮਤਲਬ ਹੈ ਕਿ ਜਿਹੜੇ ਤੁਹਾਡੇ ਆਲੇ ਦੁਆਲੇ ਜਿਹੜੇ ਕੁਝ ਜਿਹਨਾਂ ਤੁਹਾਡੇ ਹੈਗੇ ਆ ਕਿ ਉਹੀ ਐਡਵਾਈਜ਼ਰ ਹੈ, ਉਹੀ ਤੁਹਾਨੂੰ ਡਿਸਾਈਡ ਕਰਦੇ ਆ? ਜਿਵੇਂ ਬਲੂ ਸਟਾਰ ਵੇਲੇ ਵੀ ਜਿਹੜੇ ਆਪਣੇ ਤੁਹਾਡੇ ਆਲੇ ਦੁਆਲੇ ਸੀ, ਉਹਨਾਂ ਦਾ ਤੁਸੀਂ ਰਾਏ ਲੈ ਕੇ ਤੇ ਫੈਸਲਾ ਕਰ ਦਿੱਤਾ। ਫੈਸਲਾ ਸਿੱਖ ਕੌਮ ਬਾਰੇ ਕਰਨਾ ਹੈ, ਪੂਰੀ ਕੌਮ ਹੈ, ਸਾਰੀ ਦੁਨੀਆ 'ਚ ਵਸਦੀ ਹੈ। ਇਸ ਤੋਂ ਪਹਿਲੇ ਭਾਰਤ ਸਰਕਾਰ ਬਾਹਰ ਜਿਹੜੇ ਮਸਲੇ ਸੀ ਫੌਜ ਦੇ, ਆਮ ਸਿਟੀਜ਼ਨ ਦੇ ਪਗੜੀ ਦੇ ਬਾਰੇ, ਭਾਰਤ ਸਰਕਾਰ ਉਹਨਾਂ ਦੀ ਮਦਦ ਕਰਦੀ ਰਹੀ, ਉਹਦੇ 'ਚ ਉਹਨਾਂ ਦਾ ਸਹਿਯੋਗ ਦਿੰਦੀ ਰਹੀ। ਅੱਜ ਭਾਰਤ ਸਰਕਾਰ ਖੁਦ ਹਮਲਾ ਕਰ ਰਹੀ ਹੈ। ਇਹਦਾ ਮਤਲਬ ਹੈਗਾ ਕਿ ਇਹ ਇੱਕ ਕਿਸਮ ਦਾ ਇਨਡਾਇਰੈਕਟ ਮੈਸੇਜ ਦੇ ਰਹੀ ਹੈ, ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰਾਂਗੇ, ਅਸੀਂ ਤੁਹਾਡਾ ਫੈਸਲਾ ਕਰ ਲਿਆ, ਤੁਸੀਂ ਬਾਹਰ ਆਪੇ ਫੈਸਲਾ ਕਰੋ। ਕੀ ਇਹਦਾ ਮਤਲਬ ਇਹਦੇ 'ਚ ਕੋਈ ਵੱਖਰੇ ਕਿਸਮ ਦਾ ਡਿਜ਼ਾਈਨ ਹੈਗਾ? ਇਹ ਕੀ ਹੈਗਾ? ਇਹ ਮੈਨੂੰ ਸਮਝ ਨਹੀਂ ਆ ਰਹੀ। ਅਗਰ ਕਰਨਾ ਹੈ, ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਨਹੀਂ ਕਰੋ, ਮਨਾ ਹੈ, ਫਿਰ ਉਸ ਦੇ ਬਾਅਦ ਤੁਸੀਂ ਵੀਰ ਬਾਲ ਦਿਵਸ ਦੇ ਵਿੱਚ ਉਹਨਾਂ ਨੇ ਕਿਹਾ ਨਹੀਂ ਕਰੋ, ਸ਼੍ਰੋਮਣੀ ਕਮੇਟੀ ਨੇ ਕਿਹਾ ਨਹੀਂ ਕਰੋ, ਸਿੱਖਾਂ ਨੇ ਕਿਹਾ ਨਹੀਂ ਕਰੋ, ਪਰ ਉਸ ਗੱਲ ਨੂੰ ਮਤਲਬ ਸੁਣਿਆ ਵੀ ਨਹੀਂ, ਦੇਖਿਆ ਵੀ ਨਹੀਂ, ਉਹਨੂੰ ਐਕਨੋਲਜ ਵੀ ਨਹੀਂ ਕੀਤਾ ਗਿਆ। ਇਹਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਸਿੱਖ ਕੌਮ ਨੂੰ ਸਮਝ ਰਹੇ ਹੋ ਕਿ ਤੁਹਾਡੇ ਨਾਲ ਸਾਡਾ ਕੋਈ ਮਤਲਬ ਨਹੀਂ ਹੈਗਾ, ਤੁਹਾਡੇ ਲਈ ਅਸੀਂ ਡਿਸਾਈਡ ਕਰਾਂਗੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈਗਾ। ਇਹ ਜ਼ਿਆਦਾ ਗੰਭੀਰ ਗੱਲ ਹੈਗੀ ਹੈ।
ਨਹੀਂ ਤੇ ਜਦੋਂ ਵੀ ਹੁੰਦਾ ਸੀ। ਇੱਕ ਮੈਂ ਹੋਰ ਗੱਲ ਕਹਿਣੀ ਚਾਹਾਂਗਾ, ਇੱਥੇ 1940 ਜੀ ਮੇਰਾ ਇੱਥੇ ਜੀ ਇੱਕ ਸਵਾਲ ਹੈ ਵੀ ਦੋ ਚੀਜ਼ਾਂ ਅਲੱਗ-ਅਲੱਗ ਨੇ। ਇੱਕ ਤਾਂ ਹੈ ਵੀ ਸਰਕਾਰ ਲਾਗੂ ਕਰ ਰਹੀ ਹੈ ਤੇ ਸਰਕਾਰ ਜਾਂ ਫੌਜ ਜੇ ਇਹ ਚੀਜ਼ ਨੂੰ ਇੰਪੋਜ਼ ਕਰਨਾ ਚਾਹ ਰਹੀ ਹੈ ਐਜ਼ ਅ ਰੂਲ, ਉਸ ਉੱਤੇ ਇਤਰਾਜ਼ ਬਣਦਾ ਹੈ, ਹੋਣਾ ਚਾਹੀਦਾ ਹੈ। ਦੂਸਰਾ ਹੈ ਇੱਕ ਵਿਅਕਤੀਗਤ ਚੋਇਸ ਹੈ, ਜਿਵੇਂ ਆ ਮੇਰੇ ontario ਦੀ ਇੱਕ ਮਹਿਲਾ ਜਿਸਨੇ ਕਿ ਆਪਣੇ ਬੱਚਿਆਂ ਲਈ ਹੈਲਮਟ ਡਿਜ਼ਾਈਨ ਕੀਤੇ, ਉਹ ਸਿਕਿਉਰਿਟੀ ਤੇ ਸੇਫਟੀ ਸਟੈਂਡਰਡਸ ਨੂੰ ਧਿਆਨ ਵਿੱਚ ਰੱਖਦੇ ਹੋਏ, ਤਾਂ ਕਿ ਬੱਚੇ ਪਟਕੇ ਦੇ ਉੱਤੇ ਉਹਨਾਂ ਹੈਲਮਟਸ ਨੂੰ ਪਾ ਸਕਣ ਤੇ ਉਸਦੇ ਆਪਣੇ ਮਦਰ ਦੇ ਸੈਂਟੀਮੈਂਟ ਰਹੇ ਹੋਣਗੇ, ਉਸਨੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਕੰਮ ਕੀਤਾ। ਹੁਣ ਇੱਕ ਵਿਅਕਤੀਗਤ ਚੋਇਸ ਸੀ ਜਿਸ ਨੂੰ ਉਸ ਉੱਤੇ ਕਿਸੇ ਨੇ ਫੋਰਸ ਨਹੀਂ ਕੀਤਾ, ਲੇਕਿਨ ਉਹ ਜੀ ਫਿਰ ਵੀ ਉਸ ਹੈਲਮਟ ਨੂੰ ਕੰਸਟਰੂ ਕਰਦੀ ਹੈ ਕਿ ਮੇਰੇ ਬੱਚੇ ਦੀ ਰਾਖੀ ਇਸ ਹੈਲਮਟ ਨੇ ਕਰਨੀ ਹੈ, ਜਾਂ ਮੇਰੇ ਬੱਚਿਆਂ ਦੀਆਂ ਜਿਹੜੀਆਂ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣ ਲਈ ਇਹ ਹੈਲਮਟ ਲੋੜੀਂਦਾ ਵੀ ਹੈ ਤੇ ਸੁਰੱਖਿਆ ਦਾ ਵੀ ਫੈਕਟਰ ਹੈ। ਸੋ ਇਹ ਦੋਵੇਂ ਚੀਜ਼ਾਂ ਨੂੰ ਤੁਸੀਂ ਵੱਖ ਮੰਨਦੇ ਹੋ ਕਿ ਜੇ ਵਿਅਕਤੀਗਤ ਤੌਰ ਤੇ ਬੰਦਾ ਆਪਣਾ ਕੋਈ ਪਰਸਨਲ ਡਿਸੀਜਨ ਲੈਂਦਾ ਹੈ, ਇੱਕ ਮਾਂ ਆਪਣੇ ਬੱਚਿਆਂ ਦੀ ਜਿਹੜੀ ਉਹਦੀ ਮਮਤਾ ਹੈਗੀ ਹੈ ਉਸ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਉਸਨੇ ਲਿਆ, ਹਾਲਾਂਕਿ ਉਸਦਾ ਵੀ ਕ੍ਰਿਟਿਸਿਜ਼ਮ ਸ਼ੁਰੂ ਹੋ ਜਾਂਦਾ ਹੈ, ਤੇ ਦੂਸਰੇ ਪਾਸੇ ਸਰਕਾਰ ਕੁਝ ਇੰਪੋਜ਼ ਕਰਨਾ ਚਾਹ ਰਹੀ ਹੈ ਜੋ ਕਿ ਪੇਟੈਂਟਲੀ ਗਲਤ ਹੈ, ਕਿਉਂਕਿ ਉਹ ਇੱਕ ਕੌਮ ਦੇ ਉੱਤੇ, ਇੱਕ ਪੰਥ ਦੇ ਉੱਤੇ, ਇੱਕ ਸਮੁਦਾਇ ਦੇ ਉੱਤੇ ਤੁਸੀਂ ਉਹ ਚੀਜ਼ ਫੋਰਸ ਕਰਨਾ ਚਾਹ ਰਹੇ ਹੋ ਜੋ ਕਿ ਉਸਦੀ ਰਹਿਤ ਮਰਿਆਦਾ ਦੇ ਖਿਲਾਫ ਹੈ। ਸੋ ਇਹ ਦੋਵਾਂ ਚੀਜ਼ਾਂ ਤੁਸੀਂ ਫਰਕ ਮੰਨਦੇ ਹੋ? ਦੇਖੋ, ਬੜੀ ਸਿੰਪਲ ਚੀਜ਼ ਹੈ। ਧਰਮ ਇੱਕ ਐਸਾ ਮਾਮਲਾ ਹੁੰਦਾ ਹੈ ਜਿਹੜਾ ਗਾਈਡਲਾਈਨਸ ਦਿੰਦਾ ਹੈ, ਉਹ ਕਿਸੇ ਨੂੰ ਲਾਗੂ ਨਹੀਂ ਕਰਵਾ ਸਕਦਾ। ਹੁਣ ਧਰਮ ਨੇ ਕਈ ਨਿਯਮ ਦਿੱਤੇ, ਹਰ ਧਰਮ ਨੇ ਦਿੱਤੇ ਹੈ। ਅਗਰ ਕੋਈ ਵਾਇਲੇਟ ਕਰ ਰਿਹਾ, ਅਗਰ ਕੋਈ ਆਪਣੇ ਹਿਸਾਬ ਨਾਲ ਚੱਲ ਰਿਹਾ, ਉਹਦੀ ਵਾਇਲੇਸ਼ਨ ਕਰ ਰਿਹਾ, ਇਹ ਨਹੀਂ ਕਹਿ ਸਕਦਾ ਮੈਂ ਧਰਮ ਦੀ ਪਾਲਣਾ ਵੀ ਕਰ ਰਿਹਾ ਤੇ ਇਹ ਵੀ ਮੈਂ ਆਪਣੀ ਮਰਜ਼ੀ ਦੀ ਕਰ ਲਿਆ। ਜਿਹੜਾ ਧਰਮ ਹੈ ਇਹ ਕਲੈਕਟਿਵਿਟੀ ਆਫ ਦਾ ਫਿਲਾਸਫੀ ਹੈ, ਕਲੈਕਟਿਵਿਟੀ ਆਫ ਦਾ ਪੀਪਲ ਹੈ। ਉਹ ਕੱਲਾ ਇੱਕ ਬੰਦਾ ਨਹੀਂ ਡਿਸਾਈਡ ਕਰ ਸਕਦਾ। ਅਗਰ ਉਹ ਕਰ ਰਿਹਾ ਹੈ ਤੇ ਉਹ ਆਪਣੇ ਹਿਸਾਬ ਨਾਲ ਕੋਈ ਅਗਰ ਕਰੀ ਜਾਂਦਾ ਹੈ, ਭਾਵੇਂ ਖਾਣ ਪੀਣ ਦੇ ਵਿੱਚ ਹੈ, ਹਰ ਧਰਮ ਦੇ ਵਿੱਚ, ਇਸਲਾਮ ਹੈ, ਹਿੰਦੂਇਜ਼ਮ ਹੈ, ਸਿੱਖਇਜ਼ਮ ਹੈ, ਜੂਡਾਇਜ਼ਮ ਹੈ, ਹਰ ਕੋਈ ਆਪਣੇ ਨਿਯਮ ਤੈਅ ਕਰਦਾ ਹੈ। ਵਾਇਲੇਸ਼ਨਸ ਵੀ ਹੁੰਦੀਆਂ, ਪਰ ਉਸ ਨੂੰ ਵਾਇਲੇਸ਼ਨ ਹੀ ਮੰਨਿਆ ਜਾਏਗਾ। ਉਹ ਨਾਲ ਇਹ ਵੀ ਨਹੀਂ ਕਲੇਮ ਕਰ ਸਕਦਾ ਕਿ ਮੈਂ ਧਰਮ ਦੀ ਪਾਲਣਾ ਵੀ ਨਹੀਂ ਕਰ ਰਿਹਾ। ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ ਰਿਤੇਸ਼ ਜੀ, ਬੜੀ ਇੰਪੋਰਟੈਂਟ ਹੈ। ਮੈਂ ਜਦੋਂ ਦੇਖ ਰਿਹਾ ਸੀਗਾ, ਘੱਟੋ ਘੱਟ 25 ਜਿਹੜੇ ਹੈ 1947 ਤੋਂ ਪਹਿਲੇ ਦੇ ਪੰਡਿਤ ਜਵਾਹਰ ਲਾਲ ਨਹਿਰੂ ਦੇ, ਮਹਾਤਮਾ ਗਾਂਧੀ ਦੇ, ਹੋਰ ਸਾਰਿਆਂ ਦੇ ਹਵਾਲੇ ਜਿਹੜੇ ਭਾਰਤ ਸਰਕਾਰ ਨੇ ਛਾਪੇ ਹੈ, ਉਹਨਾਂ 'ਚ ਇੱਕ ਗੱਲ ਬੜੀ ਅਹਿਮ ਹੈ, ਬਹੁਤ ਬਹੁਤ ਮਹੱਤਵਪੂਰਨ ਹੈ। ਉਹਦੇ 'ਚ ਬਾਰ-ਬਾਰ ਉਹਨਾਂ ਨੇ ਕਿਹਾ, ਔਰ ਛਪੇ ਹੋਏ ਹੈ, ਰੈਜ਼ੋਲੂਸ਼ਨ ਹੈ, ਕਿ ਆਜ਼ਾਦੀ ਦੇ ਬਾਅਦ ਅਗਰ ਕੋਈ ਵੀ ਮਿਨੋਰਿਟੀਜ਼ ਦੇ ਬਾਰੇ ਕੋਈ ਵੀ ਮਸਲਾ ਅਸੀਂ ਮੈਜੋਰਿਟੀ ਨਹੀਂ ਤੈਅ ਕਰੇਗੀ, ਉਹ ਮਿਨੋਰਿਟੀ ਖੁਦ ਤੈਅ ਕਰੇਗੀ। ਅਗਰ ਕੋਈ ਕਨਫਲਿਕਟ ਹੋਏਗਾ ਉਹਦੇ ਵਿੱਚ ਮੈਜੋਰਿਟੀ ਦੀ ਵੋਟ ਨਾਲ ਨਹੀਂ ਤੈਅ ਹੋਏਗਾ। ਅਗਰ ਕੋਈ ਮਿਨੋਰਿਟੀ ਸੈਟੀਸਫਾਈਡ ਨਹੀਂ ਹੋਏਗੀ, they can take the matter to the United Nations or League of Nations. We will have no objection. What more guarantee we can give? ਹੁਣ ਉਹ ਕੀ ਹੋਇਆ ਕਿ ਅਚਾਨਕ ਤੁਸੀਂ ਹੀ ਡਿਸਾਈਡ ਕਰੋਗੇ ਕਿਸ ਨੇ ਕੀ ਕਰਨਾ, ਔਰ ਇਹ ਬਹੁਤ ਗੰਭੀਰ ਹੈ ਕਿ ਇਹਦਾ ਮਤਲਬ ਹੈਗਾ ਕਿ ਜਿਹੜੀ ਮਿਨੋਰਿਟੀਜ਼ ਦੀ ਵੌਇਸ ਹੈ ਉਸ ਨੂੰ ਲਗਾਤਾਰ ਇੱਕ ਬੜੇ ਸਿਸਟਮੈਟਿਕ ਵੇ ਦੇ ਵਿੱਚ ਖਤਮ ਕੀਤਾ ਜਾ ਰਿਹਾ ਹੈ। ਇਹਨੂੰ ਇੱਕ ਤੁਸੀਂ ਦੇਖੋ, ਇਹ ਮੈਨੂੰ ਸਮਝ ਨਹੀਂ ਆ ਰਹੀ ਕਿ ਦਿੱਲੀ ਦੀ ਸੋਚ ਤੇ ਅੰਮ੍ਰਿਤਸਰ ਦੀ ਸੋਚ ਕਨਫਲਿਕਟ ਕਿਉਂ ਹੈ, ਕਲੈਸ਼ ਕਿਉਂ ਹੈ, ਕਿਉਂ ਨਹੀਂ ਕੋਆਰਡੀਨੇਟਡ ਸੋਚ ਹੁੰਦੀ, ਕਿਉਂ ਇੱਕ ਪਾਸੇ ਤੋਂ ਹੀ ਤੈਅ ਕਰਕੇ ਉਸ ਚੀਜ਼ ਨੂੰ ਕਰ ਦਿੱਤਾ ਜਾਂਦਾ। ਇਹ ਮਾਮਲਾ ਮੈਨੂੰ ਜ਼ਿਆਦਾ ਸੀਰੀਅਸ ਲੱਗਦਾ ਹੈ। ਔਰ ਜੀ ਇੱਥੇ ਕੁਝ ਲੋਕ ਇਹ ਵੀ ਵਾਇਬ ਮੀਡੀਆ ਚਾਹ ਰਹੇ ਹੋ ਸਕਦੇ ਨੇ ਜੋ ਕਿ ਥੋੜਾ ਜਿਹਾ ਸਰਕਾਰ ਦੇ ਪੱਖ ਦੀ ਗੱਲ ਕਰਨਾ ਚਾਹੁੰਦੇ ਹੈਗੇ ਨੇ। ਉਹ ਇਹ ਵੀ ਵਾਇਬ ਮੀਡੀਆ ਚਾਹ ਰਹੇ ਹੋ ਸਕਦੇ ਨੇ ਵੀ ਜੇ ਇਹੋ ਜਿਹੇ ਕੋਈ ਹੈਲਮਟ ਫੌਜ ਲਈ ਕੰਟੈਂਪਲੇਟ ਕੀਤੇ ਜਾਂਦੇ ਨੇ, ਉਹਨਾਂ ਨੂੰ ਮੈਂਡੇਟਰੀ ਨਾ ਬਣਾਇਆ ਜਾਏ ਤੇ ਜਿਹਨੇ ਪਾਣਾ ਪਾਲੇ, ਜਿਹਨੇ ਨਹੀਂ ਪਾਣਾ ਨਾ ਪਾਏ। ਸੋ ਜੇ ਇਸ ਤਰੀਕੇ ਦੀ ਕੋਈ ਵਿਚਲੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਇਸ ਨੂੰ ਵੀ ਆਪਾਂ ਮੰਨੀਏ ਕਿ ਇਹ ਵੀ ਸ਼ਰਾਰਤੀ ਹੈ। ਦੇਖੋ, ਫੌਜ ਜਿਹੜੀ ਹੈਗੀ ਹੈ ਕਦੇ ਵੀ ਉਹ ਨਹੀਂ ਹੁੰਦਾ। ਜਿਹੜਾ ਫੌਜ ਦੀ ਵਰਦੀ ਹੈ, ਵਰਦੀ ਹੈਗੀ ਹੈ, ਫੌਜ ਦਾ ਹੁਕਮ। ਮੈਨੂੰ ਯਾਦ ਹੈ ਫੌਜ ਦੇ ਥੋੜਾ ਜਿਹਾ ਸੰਪਰਕ ਰਿਹਾ, ਉਹ ਇੱਕ ਗੱਲ ਕਹਿੰਦੇ ਹੁੰਦੇ ਆ, ਹੁਕਮ ਮਾਨੋ ਬਹਿਸ ਮਤ ਕਰੋ। ਉਹਦੇ ਵਿੱਚ ਆਪਸ਼ਨ ਨਹੀਂ ਹੋ ਸਕਦੀ। ਦੂਜੀ ਗੱਲ, ਜਦੋਂ ਸਰਕਾਰਾਂ ਇਸ ਤਰ੍ਹਾਂ ਦੀ ਅਗਰ ਇੱਕ ਲੂਪ ਹੋਲ ਰੱਖ ਦਿੱਤੀ ਜਾਂਦੀ ਹੈ, ਫਿਰ ਉਹ ਕਹਿਣਗੇ ਜੀ ਇਹ ਤੇ ਆਪਣੀ ਮਰਜ਼ੀ ਨਾਲ ਕਰ ਰਹੇ ਆ। ਜਿਵੇਂ ਹੁਣ ਵੀ ਕਈ ਵਾਰੀ ਹੋਇਆ, ਉਹ ਵਿੱਚੋਂ ਨਿਕਲ ਕੇ ਆ ਜਾਂਦੇ ਆ ਜੀ, ਸਰਕਾਰ ਦੀ ਹਮਾਇਤ ਤੇ ਝੰਡੇ ਖੜੇ ਕਰਦੇ ਆ, ਹਾਂ ਜੀ ਬਿਲਕੁਲ ਠੀਕ ਹੈ ਜੀ, ਅਸੀਂ ਹਮਾਇਤ ਕਰਦੇ ਆ। ਮੈਂ ਇੱਕ, ਜੇ ਥੋੜਾ ਜਿਹਾ ਲੰਬੇ ਨਾ ਜਾਵਾਂ, ਮੈਂ ਇੱਕ ਹਵਾਲਾ ਜ਼ਰੂਰ ਦੇਣਾ ਚਾਹਾਂਗਾ, ਬੜਾ ਦਿਲਚਸਪ ਹੈ। ਮਾਸਟਰ ਤਾਰਾ ਸਿੰਘ ਕਹਿੰਦੇ ਮੈਂ ਅਲਮੋੜਾ ਜੇਲ੍ਹ ਵਿੱਚ ਸੀਗਾ, ਔਰ ਉੱਥੇ ਸਾਰੇ ਜਿਹੜੇ ਕੈਦੀ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਸਵੇਰੇ ਪੜ੍ਹਨਾ ਪੈਂਦਾ ਸੀ ਰਘੁਪਤੀ ਰਾਘਵ ਰਾਜਾ ਰਾਮ। ਤੇ ਉਹ ਜਿਹੜਾ ਕਹਿੰਦੇ ਕਿ ਜੇਲਰ ਸੀ ਉਹ ਮੁਸਲਮਾਨ ਸੀ। ਉਹਨੂੰ ਕਹਿੰਦੇ, ਮੈਂ ਉਹਨੂੰ ਤਾਂ ਕੁਝ ਨਹੀਂ ਕਿਹਾ, ਜਿਹੜਾ ਅਸਿਸਟੈਂਟ ਜੇਲਰ ਸੀ ਉਹ ਹਿੰਦੂ ਸੀ। ਉਹਨੂੰ ਮੈਂ ਕਿਹਾ ਭਾਈ ਇੱਥੇ ਤੇ ਮੁਸਲਮਾਨ ਵੀ ਹੈ, ਦੂਜੇ ਵੀ ਹੈ, ਸਿੱਖ ਵੀ ਹੈ, ਸਾਰੇ ਤੁਸੀਂ ਸਾਰਿਆਂ ਕੋਲੋਂ ਕਿਉਂ ਪੜਵਾਉਂਦੇ ਹੋ ਰਘੁਪਤੀ ਰਾਘਵ ਰਾਜਾ ਰਾਮ? ਉਹ ਕਹਿੰਦੇ ਜੀ ਸਭੀ ਆਪਣੀ ਮਰਜ਼ੀ ਸੇ ਪੜ੍ਹਤੇ हैं।
ਤੇ ਕਹਿੰਦੇ ਮੈਂ ਉਹਨੂੰ ਕਿਹਾ ਅੱਛਾ ਇਦਾਂ ਕਰੋ ਤੁਸੀਂ ਅਨਾਉਂਸ ਕਰ ਦਿਓ ਜਿਹੜਾ ਪੜ੍ਹਨਾ ਚਾਹੁੰਦਾ ਪੜ੍ਹੇ, ਜਿਹੜਾ ਜਾਣਾ ਚਾਹੁੰਦਾ ਚਲਾ ਜਾਏ। ਕਹਿੰਦਾ ਜੀ ਸਭ ਤਬ ਤਾਂ ਸਭੀ ਚਲੇ ਜਾएंगे। ਸੋ ਗੱਲ ਤੇ ਇਹ ਹੈਗੀ ਹੈ ਕਿ ਤੁਸੀਂ ਇਹ ਜਿਹੜੀ ਗੱਲ ਕਹਿ ਰਹੇ ਹੋ ਨਾ, ਇਹ ਇੱਕ ਬਹੁਤ ਵੱਡੀ ਲੂਪ ਹੋਲ, ਉਹ ਇੱਕ ਕਿਸਮ ਦੀ ਸਰਕਾਰ ਨੂੰ ਇੱਕ ਉਹ ਜਾਂ ਕਹਿ ਲਓ ਕਿ ਉਹਦੀ ਹਮਾਇਤ ਕਰ ਰਿਹਾ ਜਾਂ ਸਰਕਾਰ ਨੂੰ ਭੱਜਣ ਦਾ ਰਸਤਾ ਦੇ ਰਿਹਾ। ਸੋ ਲੈ ਦੇ ਕੇ ਤੁਹਾਡੇ ਹਿਸਾਬ ਨਾਲ ਪੇਟੈਂਟਲੀ ਇਹ ਰਹਿਤ ਮਰਿਆਦਾ ਦੇ ਖਿਲਾਫ ਹੈ ਤੇ ਅਜਿਹੀ ਕੋਈ ਵੀ ਕੋਸ਼ਿਸ਼ ਜਿਹੜੀ ਹੈ ਉਹ ਬਿਲਕੁਲ ਗਲਤ ਹੋਏਗੀ, ਮਿਸਪਲੇਸ ਹੋਏਗੀ। ਇਸ ਨੂੰ ਫੌਰਨ ਵਾਪਸ ਲੈ ਲਿਆ ਜਾਣਾ ਚਾਹੀਦਾ ਫੌਰੀ ਤੌਰ ਤੇ। ਸੋ ਇਹਦੇ ਵਿੱਚ ਕੋਈ ਅਜਿਹੀ ਚਰਚਾਵਾਂ ਦੀ ਤੇ ਅਜਿਹੀ ਬਹਿਸ ਦੀ ਵੀ ਗੁੰਜਾਇਸ਼ ਨਹੀਂ ਬਚਦੀ ਹੈ, ਖਾਸ ਕਰਕੇ ਜਦੋਂ ਅਕਾਲ ਤਖਤ ਸਾਹਿਬ ਨੇ ਵੀ ਕਲੀਅਰ ਕਰਤਾ ਹੈ। ਇਹਦੇ ਚ ਮੈਂ ਇਹ ਕਹਿਣਾ ਚਾਹਾਂਗਾ ਕਿ ਕਲੈਸ਼ ਕਿਸੇ ਸੇਫਟੀ ਦਾ ਕਿਸੇ ਹੋਰ ਚੀਜ਼ ਦਾ ਨਹੀਂ ਹੈ। ਕਲੈਸ਼ ਜਿਹੜਾ ਹੈ 2 ਪੁਆਇੰਟ ਹੈ, ਜਾਂ ਇਹ ਹੋਏਗਾ ਜਾਂ ਇਹ ਹੋਏਗਾ, ਜਾਂ ਸਿੱਖ ਨੇ ਗੁਰੂ ਦਾ ਹੁਕਮ ਮੰਨਣਾ ਹੈ ਜਿਹੜਾ ਬਿਲਕੁਲ ਕਲੀਅਰ ਹੈ, ਜਿਹੜੇ ਸਾਰੇ ਹੁਕਮਨਾਮੇ ਹੈਗੇ ਆ, ਜਾਂ ਉਹ ਮੰਨਣਾ ਜਾਂ ਭਾਰਤ ਸਰਕਾਰ ਦਾ ਆਦੇਸ਼ ਮੰਨਣਾ। ਹੁਣ ਅਗਰ ਇਹ ਸਰਕਾਰ ਫਿਰ ਵੀ ਇਸ ਦੇ ਤੇ ਬਜ਼ਿੱਦ ਹੁੰਦੀ ਹੈ, ਮੈਂ ਕਹਿ ਸਕਦਾ ਇਹ ਹੋਰ ਕੁਝ ਹੋਏ ਨਾ ਹੋਏ ਦੇਸ਼ ਦੇ ਹਿੱਤ ਵਿੱਚ ਕਦੀ ਵੀ ਨਹੀਂ ਹੋਏਗਾ, ਸਿੱਖਾਂ ਦੇ ਹਿੱਤ ਵਿੱਚ ਤੇ ਹੋਣਾ ਹੀ ਨਹੀਂ ਹੈਗਾ। ਇਸ ਕਰਕੇ ਸਰਕਾਰ ਨੂੰ ਚਾਹੀਦਾ ਜਿਨ੍ਹਾਂ ਦੇ ਤੁਸੀਂ ਰਾਜ ਕਰਨਾ ਉਹਨਾਂ ਦੀਆਂ ਭਾਵਨਾਵਾਂ ਸਮਝੋ, ਉਹਨਾਂ ਦੀ ਕਦਰ ਕਰੋ ਔਰ ਇਕਤਰਫਾ ਫੈਸਲੇ ਨਾ ਲਓ, ਜਿਹਦੇ ਨਾਲ ਜਿਵੇਂ ਅੱਗੇ ਵੀ ਹੁੰਦਾ ਰਿਹਾ ਸੀ, ਅੰਗਰੇਜ਼ਾਂ ਨੇ ਕਰਕੇ ਵੇਖ ਲਿਆ, ਕਾਮਯਾਬ ਨਹੀਂ ਹੋਏ। ਹੁਣ ਸ਼ਾਇਦ ਲੱਗਦਾ ਹੈ ਕਿ ਇਹਨਾਂ ਦੇ ਵਿੱਚੋਂ ਹੀ ਕਈ ਬੰਦੇ ਮਿਲ ਜਾਂਦੇ ਆ ਜਿਹੜੇ ਆਵਾਜ਼ ਉਠਾਉਣ ਵਾਲੇ। ਇਹਨਾਂ ਨੂੰ ਲੱਗਦਾ ਸ਼ਾਇਦ ਹੁਣ ਅਸੀਂ ਕਰਕੇ ਇਸ ਕੌਮ ਨੂੰ ਇਸ ਤਰੀਕੇ ਨਾਲ ਅਸੀਂ ਇਹਨਾਂ ਦੀਆਂ ਭਾਵਨਾਵਾਂ ਨੂੰ ਕ੍ਰਸ਼ ਕਰ ਸਕਦੇ ਹਾਂ, ਤੇ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਔਰ ਜੇ ਅਗਰ ਸਿੱਖ ਆਪਣੇ ਧਰਮ ਵਿੱਚ ਪੱਕਾ ਨਹੀਂ ਹੈ, ਉਹ ਫਿਰ ਕਦੀ ਵੀ ਉਸ ਦੇ ਵਿੱਚ ਪੱਕਾ ਨਹੀਂ ਹੋ ਸਕਦਾ, ਉਹ ਦੇਸ਼ ਦਾ ਵਫਾਦਾਰ ਵੀ ਨਹੀਂ ਹੋ ਸਕਦਾ। ਚਲੀ ਲਾਂਬਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ ਆਪਣਾ ਸਮਾਂ ਕੱਢਣ ਲਈ। ਏਸੀ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਜੋ ਕਿ ਨਿਊ ਜਰਸੀ US ਤੋਂ ਸਾਡੇ ਨਾਲ ਜੁੜੇ ਹੋਏ ਸਨ, ਕਿਉਂਕਿ ਲਾਂਬਾ ਸਾਹਿਬ ਨੇ ਰਹਿਤ ਮਰਿਆਦਾ ਉੱਤੇ ਇੱਕ ਕਿਤਾਬ ਲਿਖੀ ਜਿਸ ਨੂੰ ਕਿ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਡਾਪਟ ਵੀ ਕੀਤਾ ਗਿਆ ਹੈ ਤੇ ਉਹ ਬੜੀ ਮਹੱਤਵਪੂਰਨ ਕਿਤਾਬ ਹੈ। ਇਸ ਤੋਂ ਇਲਾਵਾ ਵੀ ਇਹਨਾਂ ਨੇ 2 ਹੋਰ ਕਿਤਾਬਾਂ ਲਿਖੀਆਂ, ਪਗੜੀ ਕੇ ਟੋਪੀ ਇੱਕ ਹੋਰ ਕਿਤਾਬ ਸੀ ਜੋ ਕਿ ਇਹਨਾਂ ਨੇ ਲਿਖੀ ਤੇ ਜਿਸ ਦਾ ਵੀ ਪ੍ਰਕਾਸ਼ਨ SGPC ਵੱਲੋਂ ਹੀ ਕਰਵਾਇਆ ਗਿਆ ਸੀ। ਸੋ ਇਸ ਇਸ਼ੂ ਦੇ ਉੱਤੇ ਸਾਡੀ ਗੱਲਬਾਤ ਇੱਥੋਂ ਤੱਕ ਹੀ ਸੀ ਤੇ ਬਾਕੀ ਦੇ ਜਿਹੜੇ ਕਨਕਲੂਜਨਸ ਹੈਗੇ ਨੇ ਉਹ ਤੁਸੀਂ ਖੁਦ ਵੀ ਲਗਾ ਸਕਦੇ ਹੋ, ਕਿਉਂਕਿ ਅਲੱਗ-ਅਲੱਗ ਲੋਕਾਂ ਦੀ ਆਪਣੀ ਸੋਚ ਹੁੰਦੀ ਹੈ। ਸੋ ਕੁਝ ਲੋਕ ਇਸ ਕਦਮ ਨੂੰ ਧਾਰਮਿਕ ਮਸਲਿਆਂ ਦੇ ਵਿੱਚ ਸਿੱਧਾ ਹਸਤਖੇਪ, ਦਖਲਅੰਦਾਜ਼ੀ ਮੰਨਦੇ ਨੇ ਸਰਕਾਰਾਂ ਦੇ ਪੱਖੋਂ, ਤੇ ਕੁਝ ਲੋਕ ਇਹ ਵੀ ਸੋਚ ਰਹੇ ਹੋ ਸਕਦੇ ਨੇ ਕਿ ਇਸ ਦੇ ਵਿੱਚ ਲੌਜਿਕ ਹੈ, ਉਸ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ। ਲੇਕਿਨ ਲਾਂਬਾ ਸਾਹਿਬ ਨੇ ਲੌਜਿਕ ਤੇ ਤਰਕਸ਼ੀਲਤਾ ਨੂੰ ਵੀ ਕੁਝ ਹੱਦ ਤੱਕ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਆਸ ਕਰਾਂਗੇ ਇਹ ਗੱਲਬਾਤ ਠੀਕ ਲੱਗੀ ਹੋਏਗੀ। ਬਹੁਤ ਬਹੁਤ ਧੰਨਵਾਦ।